ਸਾਹਮਣੇ ਪੇਸ਼ ਹੋ ਰਿਹਾ ਸੀ ਦਰਸ਼ਕਾਂ ਨੂੰ। ਬਿਲਕੁਲ ਸਰ, ਅਸੀਂ ਦੇਖ ਰਹੇ ਹਾਂ ਕਿ ਕਾਫੀ ਕੰਮਕਾਰ ਜਿਹੜੇ ਆ ਪ੍ਰਭਾਵਿਤ ਹੋਏ ਨੇ। ਲਗਭਗ ਹਰ ਇੰਡਸਟਰੀ ਜਿਹੜੀ ਆ ਜੋ ਇਸ ਵਕਤ ਹਾਲਾਤ ਬਣੇ ਹੋਏ ਨੇ ਉਹਦੇ ਕਰਕੇ ਪ੍ਰਭਾਵਿਤ ਹੋਈ ਆ। ਇਮੀਗ੍ਰੇਸ਼ਨ ਦੀ ਗੱਲ ਕਰੀਏ, ਇਮੀਗ੍ਰੇਸ਼ਨ ਸਿਸਟਮ, ਇਮੀਗ੍ਰੇਸ਼ਨ ਦੀ ਜਿਹੜੀ ਇਸ ਵਕਤ ਫੀਲਡ ਹੈ ਉਹ ਕਿੰਨੀ ਕੁ ਜ਼ਿਆਦਾ ਪ੍ਰਭਾਵਿਤ ਹੋਈ ਹੈ? ਦਰਨ ਸਰਕਮਸਟੈਂਸਸ ਤਾਂ ਕਾਫੀ ਚੇਂਜ ਹੋਏ ਨੇ ਐਂਡ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਯੂਐਸ ਨੇ ਜਿਹੜਾ ਤੁਸੀਂ ਪਹਿਲੀ ਸਟੇਟਮੈਂਟ ਸੀ ਕਿ ਯੂਐਸ ਨੇ 60 ਡੇਜ਼ ਵਾਸਤੇ ਇਮੀਗ੍ਰੇਸ਼ਨ ਟੈਂਪਰੇਰੀਲੀ ਹੋਲਡ ਕਰ ਦਿੱਤੀ ਜੀ, ਬਟ ਕੈਨੇਡੀਅਨ ਇਮੀਗ੍ਰੇਸ਼ਨ ਐਸ ਸੱਚ ਉਹਦਾ ਕੋਈ ਇੰਪੈਕਟ ਨਜ਼ਰ ਨਹੀਂ ਆ ਰਿਹਾ ਬਿਕੋਜ਼ ਯੂਐਸ ਦੇ ਵਿੱਚ ਜਿਹੜੀ ਮੈਕਸਿਮਮ ਐਪਲੀਕੇਸ਼ਨਸ ਪ੍ਰੋਸੈਸ ਹੁੰਦੀਆਂ 70% ਐਪਲੀ ਕਲਾਸ ਦੇ ਵਿੱਚ ਹੁੰਦੀਆਂ, ਸਿਰਫ 10% ਐਪਲੀਕੇਸ਼ਨਸ ਹੁੰਦੀਆਂ ਜਿਹੜੀ ਇਕਨੋਮਿਕ ਕਲਾਸ ਦੇ ਵਿੱਚ ਪ੍ਰੋਸੈਸ ਹੁੰਦੀਆਂ। ਕੈਨੇਡਾ ਦੇ ਵਿੱਚ 70% ਐਪਲੀਕੇਸ਼ਨ ਇਕਨੋਮਿਕ ਕਲਾਸ ਦੇ ਵਿੱਚ ਪ੍ਰੋਸੈਸ ਹੁੰਦੀਆਂ ਤੇ 14% ਫੈਮਿਲੀ ਤੇ ਬਾਕੀ ਰਿਫਿਊਜੀਜ਼ ਵਗੈਰਾ ਹੁੰਦੇ ਨੇ। ਸੋ ਸਾਡਾ ਜਿਹੜਾ ਮੇਨ ਫੋਕਸ ਹੈਗਾ ਕੈਨੇਡਾ ਦਾ ਉਹ ਇਕਨੋਮਿਕ ਕਲਾਸ ਦੇ ਉੱਤੇ ਹੈਗਾ। ਇਕਨੋਮਿਕ ਕਲਾਸ ਦਾ ਐਸ ਸੱਚ ਕੋਈ ਇਫੈਕਟ ਨਹੀਂ ਹੈਗਾ ਇਮੀਗ੍ਰੇਸ਼ਨ। ਹਾਂ, ਟੈਂਪਰੇਰੀ ਥੋੜ੍ਹੀਆਂ ਜਿਹੀਆਂ ਚੇਂਜਸ ਜ਼ਰੂਰ ਆਈਆਂ, ਜਿਸ ਤਰ੍ਹਾਂ ਟੈਂਪਰੇਰੀ ਵਿਜ਼ਿਟ ਵੀਜ਼ਾ ਦੀਆਂ ਐਪਲੀਕੇਸ਼ਨ, ਟੈਂਪਰੇਰੀ ਬਿਜ਼ਨਸ ਵੀਜ਼ਾ ਦੀਆਂ ਜਿਹਨੂੰ ਅਸੀਂ ਵਿਜ਼ਿਟ ਵੀਜ਼ਾ ਹੀ ਕਹਿੰਦੇ ਹਾਂ, ਉਹਦੀਆਂ ਐਪਲੀਕੇਸ਼ਨਸ ਟੈਂਪਰੇਰੀ ਔਨ ਹੋਲਡ ਹੈਗੀਆਂ, ਬਟ ਅਦਰ ਦੈਨ ਦੈਟ ਇਮੀਗ੍ਰੇਸ਼ਨ ਐਸ ਸੱਚ ਉਸੇ ਤਰ੍ਹਾਂ ਐਪਲੀਕੇਸ਼ਨਸ ਪ੍ਰੋਸੈਸ ਹੋ। ਜੀ ਬਿਲਕੁਲ, ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਵਾਂ ਕਿ ਜੇਕਰ ਕੈਨੇਡਾ ਦੇ ਇਮੀਗ੍ਰੇਸ਼ਨ ਸੰਬੰਧੀ ਤੁਸੀਂ ਵੀ ਕੁਝ ਜਾਣਨਾ ਚਾਹੁੰਦੇ ਹੋ, ਕੋਈ ਤੁਹਾਡੇ ਪ੍ਰੋਸੈਸ ਲੱਗਿਆ ਹੋਇਆ ਜਾਂ ਤੁਸੀਂ ਇਸ ਵਕਤ ਕੈਨੇਡਾ ਵਿੱਚ ਤੁਸੀਂ ਜਿਹੜੇ ਆ ਫਸ ਚੁੱਕੇ ਹੋ, ਸਟਕ ਹੋ ਚੁੱਕੇ ਹੋ ਤੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ, ਸੋ ਕੋਈ ਵੀ ਤੁਸੀਂ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਮਨੂ ਜੀ, ਜਦੋਂ ਵੀ ਅਸੀਂ ਬਹਿ ਕੇ ਸਟੂਡੀਓ ਦੇ ਵਿੱਚ ਗੱਲਬਾਤ ਕਰਦੇ ਸੀ, ਹਮੇਸ਼ਾ ਮੈਂ ਤੁਹਾਨੂੰ ਫੈਡਰਲ ਲੈਵਲ ਦੇ ਜਿਹੜੇ ਇਸ ਟਾਈਮ ਸਕੋਰਸ ਕਾਫੀ ਜ਼ਿਆਦਾ ਐਕਸਪ੍ਰੈਸ ਐਂਟਰੀ ਦੇ ਹਾਈ ਜਾ ਰਹੇ ਸੀ ਉਹਨਾਂ ਦੇ ਬਾਰੇ ਹਮੇਸ਼ਾ ਗੱਲ ਕਰਦੀ ਸੀ ਕਿ ਕਦੋਂ ਘਟਣਗੇ। ਸੋ ਇਸ ਵਾਰ ਅਸੀਂ ਦੇਖਿਆ ਹੈ ਕਿ ਫੈਡਰਲ ਡਰਾ ਜਿਹੜੇ ਨਿਕਲ ਰਹੇ ਨੇ, ਪੁਆਇੰਟਸ ਕਾਫੀ ਜ਼ਿਆਦਾ ਨੀਚੇ ਜਾ ਰਹੇ ਨੇ, ਇਹਦਾ ਕੀ ਕਾਰਨ ਹੈ? ਤਰਨ, ਅੱਜ ਦੀ ਤਰੀਕ ਦੇ ਵਿੱਚ ਅਸੀਂ ਹਮੇਸ਼ਾ, ਤੁਹਾਨੂੰ ਯਾਦ ਹੋਏਗਾ ਕਿ ਅਸੀਂ ਹਮੇਸ਼ਾ ਕਹਿੰਦੇ ਸੀ ਕਿ ਅਸੀਂ ਪੁਸ਼ ਕਰ ਰਹੇ ਹਾਂ ਗਵਰਨਮੈਂਟ ਨੂੰ ਕਿ ਸਟੂਡੈਂਟਸ ਦੇ ਉੱਤੇ ਲੋਕਲ ਵਰਕ ਪਰਮਿਟਸ ਵਾਲੇ ਜਿਹੜੇ ਇੱਥੇ ਵਰਕ ਪਰਮਿਟ ਤੇ ਕੈਨੇਡਾ ਕੰਮ ਕਰ ਰਹੇ ਨੇ ਉਹਨਾਂ ਤੇ ਫੋਕਸ ਹੋਣਾ ਚਾਹੀਦਾ, ਬਿਕੋਜ਼ 471 ਦੇ ਨਾਲ ਜਾਂ 472 ਦੇ ਨਾਲ ਜਾਂ 469 ਦੇ ਨਾਲ ਬਹੁਤ ਸਾਰੇ ਸਟੂਡੈਂਟਸ ਇੰਪੈਕਟਡ ਸੀਗੇ, ਖਾਸ ਕਰ ਜਿਹੜੇ ਗ੍ਰੇਡ 12 ਕਰਕੇ ਆਏ ਹੋਏ। ਸੋ ਹੁਣ ਹੋਇਆ ਹੈਗਾ ਕਿ 455 ਅਪ੍ਰੈਲ ਹੈਜ਼ ਬੀਨ ਅਮੇਜ਼ਿੰਗ ਮੰਥ ਬਿਕੋਜ਼ ਅਸੀਂ 4 ਡਰਾਜ਼ ਦੇਖ ਲਏ ਐਂਡ ਜਿਸ ਚ 2 ਡਰਾ ਦਾ ਪੀਐਨਪੀ ਦੇ ਸੀਗੇ ਤੇ 2 ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਹੀ ਟਾਰਗੇਟ ਕੀਤੇ ਐਂਡ 455 ਤੇ ਡਰਾ ਆਊਟ ਹੋਣ ਕਰਕੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਫੋਕਸ ਵਾਪਸ ਆ ਗਿਆ। ਜੀ ਬਿਲਕੁਲ, ਇਹਦੇ ਬਾਰੇ ਜੀ ਗੱਲ ਕਰਾਂਗੇ। 455 ਪੁਆਇੰਟਸ ਜਿਹੜੇ ਇਸ ਵਾਰੀ ਗਏ ਨੇ ਤੇ ਲਗਭਗ 15 ਪੁਆਇੰਟਸ ਜਿਹੜੇ ਨੀਚੇ ਡਾਊਨ ਗਏ ਨੇ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਮੈਂ ਕਰਨ ਗੱਲ ਕਰ ਰਿਹਾ ਹਾਂ ਤਾਰੀ ਤੋਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਹਾਂਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਮੈਮ ਮੈਂ ਸਰ ਨਾਲ ਆਪਣੀ ਪ੍ਰੋਫਾਈਲ ਡਿਸਕਸ ਕਰਨੀ ਚਾਹੁੰਦਾ। ਜੀ ਬਿਲਕੁਲ, ਤੁਸੀਂ ਸਰ ਕਰ ਸਕਦੇ ਹੋ। ਇਸ ਟਾਈਮ ਤੁਸੀਂ ਆਨਲਾਈਨ ਹੈਗੇ ਹੋ, ਤੁਸੀਂ ਬਿਲਕੁਲ ਕਾਲ ਕਰ ਸਕਦੇ ਹੋ, ਦੱਸੋ। ਓਕੇ, ਐਕਚੁਅਲੀ ਸਰ ਮੈਂ ਇੰਡੀਆ 'ਚ 3 ਇਅਰਸ ਦਾ ਪੋਲੀਟੈਕਨਿਕ ਡਿਪਲੋਮਾ ਕੀਤਾ ਸੀ ਸਿਵਲ ਇੰਜੀਨੀਅਰਿੰਗ ਦਾ, ਤੇ ਉਸ ਤੋਂ ਬਾਅਦ ਇੱਥੇ ਕੈਨੇਡਾ 'ਚ 2 ਇਅਰ ਦਾ ਕੰਸਟਰਕਸ਼ਨ ਇੰਜੀਨੀਅਰਿੰਗ ਡਿਪਲੋਮਾ ਮੇਰਾ ਲਾਸਟ ਵੀਕ ਹੀ ਸਟੱਡੀ ਓਵਰ ਹੋਈ ਹੈ। ਸੋ ਮੈਂ ਪੁੱਛਣਾ ਸੀ ਮੈਨੂੰ ਪੀਆਰ ਆਪਸ਼ਨ ਦੇ ਲਈ ਅੰਟਾਰੀਓ ਹੀ ਰਹਿਣਾ ਚਾਹੀਦਾ ਜਾਂ ਕੋਈ ਸਸਕੈਚੁਅਨ ਜਾਂ ਅਟਲਾਂਟਿਕ ਪ੍ਰੋਗਰਾਮ ਕਿਹੜਾ ਦੇਖਣਾ ਚਾਹੀਦਾ? ਜੀ ਬਿਲਕੁਲ, ਅਸੀਂ ਇਸ ਦੇ ਬਾਰੇ ਵੀ ਡਿਸਕਸ ਕਰ ਰਹੇ ਸੀ ਤੇ ਇਹਦੇ ਬਾਰੇ ਵਿੱਚ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਓਨਟਾਰੀਓ ਪੀਐਨਪੀ ਦੇ ਉੱਤੇ ਇਸ ਵਕਤ ਜਿਹੜਾ ਰਿਲਾਈ ਕਰ ਰਹੇ ਨੇ। ਸੋ ਮਨੂ ਜੀ, ਇਸ ਵਕਤ ਤੁਸੀਂ ਇਹਨਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੋਗੇ? ਹਾਂਜੀ, ਸਭ ਤੋਂ ਜੀ ਸਰ, ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਦੇ ਅਸੈਸਮੈਂਟਸ ਜਿਹੜੀਆਂ ਹੋਈਆਂ 3 ਡਿਗਰੀਜ਼ ਦਾ ਬੈਨੀਫਿਟ ਮਿਲ ਸਕਦਾ ਹੈ। ਇਸ ਹੋ ਗਈ ਕਿ ਇਹ ਕੈਨੇਡਾ ਓਨਟਾਰੀਓ ਦੇ ਵਿੱਚ ਵੀ ਜੇ ਇਹਨਾਂ ਨੂੰ ਨੌਕਰੀ ਦੀ ਜੌਬ ਮਿਲ ਜਾਂਦੀ ਹੈਗੀ ਹੈ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਇਹ ਕੁਆਲੀਫਾਈ ਹੋ ਸਕਦੇ ਨੇ, ਪ੍ਰੋਵਾਈਡਡ ਇਹਨਾਂ ਦਾ 8777 ਸਕੋਰ ਆ ਜਾਵੇ। 8777 ਦੇ ਨਾਲ ਤਕਰੀਬਨ 467 ਤੇ ਇਹਨਾਂ ਦਾ ਸਕੋਰ ਪਹੁੰਚ ਸਕਦਾ ਹੈਗਾ। ਸੋ ਦੈਟ ਕੈਨ ਬੀ ਐਡਵਾਂਟੇਜ। ਜੇ ਸਕੋਰ 8777 ਤੋਂ ਘਟਦਾ ਹੈਗਾ ਤੇ ਹੋ ਸਕਦਾ 450 455 ਤੇ ਵੀ ਪਿਕ, ਜੇ ਉਹ ਉਸੇ ਰੇਂਜ 'ਚ ਰਹਿ ਜਾਂਦਾ ਹੈ ਆਈਲੈਟਸ ਇਹਨਾਂ ਦਾ, ਤੇ ਉੱਥੇ ਵੀ ਪਿਕ ਹੋਣ ਦੇ ਚਾਂਸਸ ਹੈਗੇ ਨੇ। ਬਟ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਓਨਟਾਰੀਓ ਤੋਂ ਮੂਵ ਹੋਣਾ ਵੀ ਇੱਕ ਵਾਇਬਲ ਆਪਸ਼ਨ ਹੈਗੀ ਹੈ। ਉਹਦਾ ਰੀਜ਼ਨ ਹੈਗਾ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਗ੍ਰੇਡ 12 ਕਰਕੇ ਆਏ ਹੋਏ ਸੀਗੇ, ਉਹਨਾਂ ਦਾ ਫੋਕਸ ਸਿਰਫ ਓਨਟਾਰੀਓ ਦੇ ਵਿੱਚ ਹੀ ਰਹਿ ਗਿਆ ਸੀ। ਉਸ ਸਾਰੇ ਇੱਥੇ ਦੇ ਵਿੱਚ ਉਹ ਬੱਚਿਆਂ ਤੋਂ ਕੰਮ ਕਰਵਾ ਰਹੀਆਂ ਸੀ, ਅਸੀਂ ਪੀਐਨਪੀ ਦੇ ਵਿੱਚ ਆਂਗੇ। ਬਟ ਉਹਦਾ ਡਰਾ ਹੋਇਆ ਪੀਐਨਪੀ ਦਾ, ਨਜ਼ਰ ਆਇਆ ਕਿ ਸੋ ਐਪਲੀਕੇਸ਼ਨ ਇੱਕ ਵੀ ਹੋ ਗਈ ਨਹੀਂ ਚੱਲਿਆ ਤੇ ਗਲਿਚ ਵੀ ਸੀਗਾ। ਐਂਡ ਲਾਸਟ ਈਅਰ ਦਾ ਜਿਹੜੇ ਨੰਬਰਸ ਨਿਕਲ ਕੇ ਆਏ ਨੇ 2019 ਦੇ, ਉਸ ਤਕਰੀਬਨ 1349 ਐਪਲੀਕੇਸ਼ਨ ਪੂਰੇ ਸਾਲ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਪ੍ਰੋਸੈਸ ਹੋਈਆਂ। ਸੋ
ਜੇ ਗੱਲ ਕਰੀਏ ਇੰਟਰਨੈਸ਼ਨਲ ਸਟੂਡੈਂਟਸ ਓਨਟਾਰੀਓ ਦੇ ਵਿੱਚ ਕਿੰਨਾ ਬੈਠਾ ਤੇ ਅਸੀਂ ਦੇਖਾਂਗੇ ਤਕਰੀਬਨ 60 ਤੋਂ 70,000 ਇੰਟਰਨੈਸ਼ਨਲ ਸਟੂਡੈਂਟ ਇਸ ਟਾਈਮ ਓਨਟਾਰੀਓ ਦੇ ਵਿੱਚ ਹੈ, ਜਸਟ ਵਿਦ ਦਾ ਹੋਪ ਕਿ ਮੇਰੇ ਜਿਹੜੇ ਪਲੇਸਮੈਂਟ ਏਜੰਸੀ ਨੇ ਮੈਨੂੰ ਜਿੱਥੇ ਪਲੇਸ ਕੀਤਾ ਜਾਂ ਮੇਰੇ ਏਜੰਟ ਨੇ ਜਿੱਥੋਂ ਪਲੇਸ ਕੀਤਾ ਉੱਥੋਂ ਮੈਂ ਪਿਕ ਹੋ ਜਾਊਂਗਾ। ਸੋ ਤੁਸੀਂ ਪਰਮੋਟੇਸ਼ਨ ਕੰਬੀਨੇਸ਼ਨ ਬੱਚਿਆਂ ਨੂੰ ਹਮੇਸ਼ਾ ਕਹਿੰਦੇ ਆ ਕਿ ਆਪਣੇ ਆਪ ਲਗਾਓ ਕਿ ਜਿੱਥੇ ਇੰਨੇ ਬੱਚੇ ਤਾਦਾਦ ਦੇ ਵਿੱਚ ਵੇਟ ਕਰਦੇ ਪਏ ਹੋਣ ਉੱਥੇ 1300 ਐਪਲੀਕੇਸ਼ਨ ਪੂਰੇ ਸਾਲ ਦੇ ਵਿੱਚ ਪਿਕ ਹੋਈਆਂ ਪਿਛਲੇ ਸਾਲ 2019 ਦੇ ਵਿੱਚ ਤੇ 2020 ਦੇ ਵਿੱਚ ਹਾਲੇ ਹੀ 1200 ਪਿਕ ਹੋ ਚੁੱਕੀਆਂ ਹੈਗੀਆਂ। ਸੋ ਤੁਹਾਡੀ ਵਾਰੀ ਆਏਗੀ ਜਾਂ ਨਹੀਂ ਆਏਗੀ, ਯੂ ਹੈਵ ਟੂ ਮੇਕ ਯੋਰ ਓਨ ਇੰਟੈਲੀਜੈਂਟ ਡਿਸੀਜਨ ਔਨ ਦੈਟ। ਜੀ ਐਂਡ ਐਟਲਾਂਟਿਕ ਦੇ ਵਿੱਚ ਅਸੀਂ ਦੇਖਿਆ ਬਹੁਤ ਅੱਛੇ ਆਪਸ਼ਨਸ ਐਗਜ਼ਿਸਟ ਕਰ ਰਹੀਆਂ ਜਿਹੜੀ ਅੱਗੇ ਅਸੀਂ ਗੱਲ ਜੀ ਬਿਲਕੁਲ ਐਟਲਾਂਟਿਕ ਦਾ ਅਸੀਂ ਗੱਲਬਾਤ ਕਰਾਂਗੇ ਆਪਸ਼ਨਸ ਦੇ ਬਾਰੇ ਵਿੱਚ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਸਰ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਬੋਲਦਾ ਜੀ ਐਡਮਿੰਟਨ ਤੋਂ। ਜੀ ਗੁਰਪ੍ਰੀਤ ਜੀ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਜੀ ਮੈਂ ਪੁੱਛਣਾ ਚਾਹੁੰਦਾ ਜੀ, ਮੈਨੂੰ ਜਿੱਦਾਂ ਵਰਕ ਪਰਮਿਟ ਮਿਲਿਆ ਨੂੰ 1 ਮਹੀਨਾ ਹੀ ਹੋਇਆ ਹਾਲੇ, ਐਵਰੇਜ 14 ਫਰਵਰੀ ਨੂੰ ਮਿਲਿਆ ਸੀ ਮੈਨੂੰ ਵਰਕ ਪਰਮਿਟ ਤੇ 15 ਮਾਰਚ 16 ਮਾਰਚ ਤੱਕ ਕੰਮ ਕੀਤਾ ਜੀ ਮੈਂ। ਉਸ ਤੋਂ ਬਾਅਦ ਕੋਵਿਡ-19 ਕਰਕੇ ਘਰ ਹੀ ਬੈਠਾ ਜੀ। ਤੋਂ ਇਹਦੇ ਚ ਅੱਗੋਂ ਕੀ ਮਤਲਬ ਜਿੱਦਾਂ 2 ਸਾਲ ਦਾ ਵਰਕ ਪਰਮਿਟ ਹੈ, ਅੱਗੋਂ ਪੀਆਰ ਵਾਸਤੇ ਐਕਸਪੀਰੀਅੰਸ ਚਾਹੀਦਾ ਜਾਂ ਜੋ ਵੀ ਚਾਹੀਦਾ ਉਹਦੇ ਚ ਕੀ ਫਰਕ ਪਊਗਾ ਜੀ? ਜੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਜੇਕਰ ਤੁਹਾਨੂੰ ਲੇ ਆਫ ਮਿਲੀ ਹੈ ਇਹਦਾ ਤੁਹਾਡੇ ਅੱਗੇ ਪੀਆਰ ਪ੍ਰੋਸੈਸ ਤੇ ਕੋਈ ਅਸਰ ਪਏਗਾ ਜਾਂ ਨਹੀਂ ਪਏਗਾ? ਹਾਂਜੀ ਹਾਂਜੀ, ਕੁਝ ਰਿਆਇਤ ਮਿਲੂਗੀ ਜਾਂ ਕੁਝ? ਜੀ ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ ਗੁਰਪ੍ਰੀਤ ਨੂੰ 1 ਸਾਲ ਕੰਪਲੀਟ ਕਰਨਾ ਹੀ ਪਏਗਾ ਜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਆਣੇ ਐਪਲੀਕੇਸ਼ਨ ਲਗਾਓ। तो ਇਹਨਾਂ ਨੂੰ ਨੌਕਰੀ ਦੀ ਜੌਬ ਕੋਈ ਵੀ ਜੌਬ ਜ਼ਰੂਰ ਚਾਹੀਦੀ ਐਂਡ ਜੇ ਉਹ ਜੀ ਅੱਜ ਦੀ ਵੇ ਆਫ ਦੇ ਬੈਨੀਫਿਟ ਲੈ ਰਹੇ ਨੇ, ਇੰਨਾ ਟਾਈਮ ਇਹਨਾਂ ਨੂੰ ਦੁਬਾਰਾ ਅੱਗੇ ਹੋਰ ਲੱਗਣਾ ਪਿਛਲਾ ਡੇਢ ਮਹੀਨਾ ਲਗਾਇਆ ਉਹ ਜ਼ਰੂਰ ਕੰਸੀਡਰ ਹੋਏਗਾ ਇਹਨਾਂ ਦਾ ਨੌਕਰੀ ਦੇ ਵਿੱਚ ਉਹ ਇਹਦੇ ਵਿੱਚ ਹੈਗਾ ਤੇ ਅੱਗੇ ਫਿਰ ਜਦੋਂ ਇਹਨਾਂ ਦਾ ਸਾਲ ਕੰਪਲੀਟ ਹੋਏਗਾ ਇਹਦੇ ਵਿੱਚ ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਪ੍ਰੀਤ ਆ ਤੇ ਮੈਂ ਪੁੱਛਣਾ ਸੀਗਾ ਕਿ ਮੈਂ ਹੁਣ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨਾ ਆ, ਬਟ ਮੇਰੇ ਨਾਲ ਮੇਰੇ ਹਸਬੈਂਡ ਤੇ ਮੇਰੀ ਬੇਟੀ ਆ ਤੇ ਉਹਨਾਂ ਦਾ ਵੀਜ਼ਾ ਐਕਸਟੈਂਡ ਕਰਨ ਲਈ ਤਾਂ ਸਾਰੇ ਕਹਿ ਰਹੇ ਕਿ ਮੈਨੂੰ ਜੌਬ ਚਾਹੀਦੀ ਆ ਫੁੱਲ ਟਾਈਮ ਨੌਕ ਬੀ ਜਾਂ ਲਾਈਕ ਨੌਕ ਬੀ ਲੈਵਲ ਦੀ ਜੌਬ ਚਾਹੀਦੀ ਆ, ਬਟ ਹੁਣ ਕਰੰਟ ਸਿਚੁਏਸ਼ਨ ਕਰਕੇ ਜੌਬਸ ਦਾ ਤਾਂ ਪ੍ਰੋਬਲਮ ਹੋਈ ਆ। ਕੋਈ ਹੋਰ ਵੀ ਹੈਗਾ ਜਿਹਦੇ ਨਾਲ ਕਿ ਮਤਲਬ ਉਹਨਾਂ ਦਾ ਵੀਜ਼ਾ ਐਕਸਟੈਂਡ ਹੋ ਸਕਦਾ? ਮੇਰੇ ਹਸਬੈਂਡ ਤੇ ਮੇਰਾ ਬੱਚਾ ਇੱਧਰ ਆ ਮੇਰੇ ਨਾਲ ਡਿਪੈਂਡੈਂਟ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਮਨੂ ਜੀ। ਚਰਨ ਜੀ ਇਹ ਬਿਲਕੁਲ ਇੱਕ ਇਹੋ ਜਿਹੀ ਸਿਚੁਏਸ਼ਨ ਆ ਚੁੱਕੀ ਹੈ ਜਿੱਥੇ ਅਸੀਂ ਕਾਫੀ ਸਾਰੇ ਸਟੂਡੈਂਟਸ ਅਫੈਕਟ ਹੁੰਦੇ ਦੇਖ ਰਹੇ ਹਾਂ ਜਿਹੜੇ ਟੈਂਪਰੇਰੀ ਸਟੂਡੈਂਟਸ। ਹੁਣ ਸਭ ਤੋਂ ਇੰਪੋਰਟੈਂਟ ਤਾਂ ਇਹਨਾਂ ਨੂੰ ਇਹ ਹੈਗਾ ਕਿ ਇਹਨਾਂ ਨੂੰ ਆਪਣਾ ਵਰਕ ਪਰਮਿਟ ਪੋਸਟ ਗ੍ਰੈਡ ਵਰਕ ਪਰਮਿਟ ਅਪਲਾਈ ਕਰਨਾ ਚਾਹੀਦਾ ਹੈ। ਸੋ ਦੈਟ ਇਜ਼ ਹਰ ਫਰਸਟ ਸਟੈਪ। ਸੈਕੰਡ ਆਫ ਆਲ ਜਿਹੜੇ ਹਸਬੈਂਡ ਤੇ ਬੱਚਿਆਂ ਦਾ ਵੀਜ਼ਾ ਮਿਲਣਾ ਇਹਨਾਂ ਨੂੰ ਉਹ ਮਿਲਣਾ ਹੈਗਾ ਇਹਨਾਂ ਦੀ ਜੌਬ ਦੇ ਬੇਸਿਸ ਤੇ। ਜੇ ਇਹਨਾਂ ਦੇ ਕੋਲ ਨੌਕ OAB ਦੀ ਜੌਬ ਹੋਏਗੀ ਤਾਂ ਹੀ ਉਹਨਾਂ ਨੂੰ ਡਿਪੈਂਡੈਂਟ ਵੀਜ਼ਾਸ ਅੱਗੇ ਉਹਨਾਂ ਦੇ ਐਕਸਟੈਂਡ ਕੀਤੇ ਜਾਣਗੇ, ਤਾਂ ਹੀ ਉਹ ਹਸਬੈਂਡ ਇਹਨਾਂ ਦੇ ਕੰਮ ਕੇ ਤਾਂ ਹੀ ਬੱਚੇ ਸਕੂਲ ਜਾ ਸਕਣਗੇ। ਸੋ ਟੈਂਪਰੇਰੀਲੀ ਉਹਨਾਂ ਨੂੰ ਸਟੇਟਸ ਜੇ ਉਹਨਾਂ ਦਾ ਖਤਮ ਹੋਣ ਜਾ ਰਿਹਾ ਤੇ ਉਹਨਾਂ ਨੂੰ ਵੀਜ਼ਾ ਦੇ ਸਟੇਟਸ ਤੇ ਜਾਣਾ ਪਏਗਾ ਐਂਡ ਦੈਟ ਇਜ਼ ਹਾਊ ਦਿਸ ਐਪਲੀਕੇਸ਼ਨ ਵੁੱਡ ਗੈਟ ਪ੍ਰੋਸੈਸਡ। ਇੱਥੇ ਤਾਂ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ। ਪਹਿਲੇ ਬੱਚਿਆਂ ਦੇ ਕੋਲ ਜਾਂ ਵਰਕ ਪਰਮਿਟ ਜਿਹੜੇ ਵੀ ਕੰਪਲੀਟ ਹੁੰਦੀ ਸੀ ਐਜੂਕੇਸ਼ਨ ਤੇ ਬੱਚਿਆਂ ਦੇ ਕੋਲ ਚਾਂਸਸ ਹੁੰਦੇ ਸੀਗੇ ਕਿ ਬਾਰਡਰ ਤੇ ਜਾ ਕੇ ਸਟ੍ਰੇਟ ਅਵੇ ਜਾ ਕੇ ਵਰਕ ਪਰਮਿਟ ਲੈ ਲੈਂਦੇ ਸੀ, ਜਿਹੜਾ ਅਸੀਂ ਹਮੇਸ਼ਾ ਅਪੋਜ਼ ਕਰਦੇ ਰਹੇ। ਅਸੀਂ ਸੁਜੈਸਟ ਕਰਦੇ ਰਹੇ ਕਿ ਕਈ ਗਲਤੀਆਂ ਹੁੰਦੀਆਂ ਉੱਥੇ ਜਾ ਕੇ ਐਂਡ ਉਸੇ ਦੇ ਅਸੀਂ ਦੇਖਿਆ ਵੀ ਕਈ ਡਿਪੋਰਟੇਸ਼ਨਸ ਵੀ ਹੁੰਦੀਆਂ ਅੱਜ, ਬਟ ਫਿਰ ਵੀ ਉਹਦਾ ਬੈਨੀਫਿਟ ਕੀ ਸੀਗਾ ਜਦੋਂ ਬਾਰਡਰ ਤੇ ਜਾਂਦੇ ਸੀਗੇ ਆਫੀਸਰਸ 1-on-1 ਤੁਹਾਨੂੰ ਐਡਰੈਸ ਕਰ ਲੈਂਦੇ ਸੀ। ਤੁਹਾਡੇ ਤੋਂ ਜਿਹੜੀ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕਮੀ ਪੇਸ਼ੀਆਂ ਹੈਗੀਆਂ, ਜਿਹੜੀਆਂ ਚੀਜ਼ਾਂ ਤੁਸੀਂ ਮਿਸਿੰਗ ਕਰ ਰਹੇ ਹੋ ਉਹ ਤੁਹਾਡੇ ਤੋਂ ਜੀ ਬਿਲਕੁਲ। ਮਨੂ ਜੀ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦੀ ਅਸੀਂ ਕਾਲ ਅਟੈਂਡ ਕਰ ਲਈਏ। ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਜੀ ਮੈਂ ਮਨਪ੍ਰੀਤ ਬੋਲ ਰਹੀ ਹਾਂ ਵੈਨਕੂਵਰ ਤੋਂ। ਜੀ ਮਨਪ੍ਰੀਤ ਜੀ ਰੱਖੋ ਸਵਾਲ, ਕੀ ਪੁੱਛਣਾ? ਮੈਂ ਤਾਂ ਪੁੱਛਣਾ ਸੀਗਾ ਕਿ ਮੇਰੀ PNP ਦੀ ਫਾਈਲ ਲੱਗੀ ਸੀਗੀ ਐਂਡ ਮੈਂ ਆਈ ਵਾਸ ਵੇਟਿੰਗ ਫॉर ਲਾਈਕ ਕਿ ਡਰਾ ਜਿਹੜੇ ਪੁਆਇੰਟਸ ਲੋਅਰ ਹੋਣਗੇ ਐਂਡ ਦੈਨ ਬਟ ਰਾਈਟ ਨਾਓ COVID-19 ਕਰਕੇ ਉਹਨਾਂ ਨੇ ਜਿਹੜੇ ਸਮ ਜਿਹੜੇ ਪ੍ਰੋਫੈਸ਼ਨਸ ਆ ਉਹਨਾਂ ਨੂੰ ਐਕਸਕਲੂਡ ਕਰਤਾ, ਜਿੱਦਾਂ ਮੇਰਾ ਪ੍ਰੋਫੈਸ਼ਨ 0631 ਸੀਗਾ ਤੇ ਹੁਣ ਉਹ ਲਾਈਕ ਕਦੋਂ ਪਿਕ ਕਰਨਗੇ ਫਾਈਲਾਂ ਲਾਈਕ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਜੀ ਮੇਰਾ ਐਕਸਪਾਇਰ ਹੋਣ ਵਾਲਾ ਹੈ ਵਰਕ ਪਰਮਿਟ ਨੈਕਸਟ ਈਅਰ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਜੀ ਮਨੂ ਜੀ।
ਕਰਨ ਇਹਨਾਂ ਨੇ ਕਿਹਾ ਕਿ ਇਹਨਾਂ ਦਾ ਮੈਂ ਮੈਨੀਟੋਬਾ ਦੇ ਵਿੱਚ ਕੰਮ ਕਰ ਰਹੇ ਤੇ ਜੀ। ਪੀਐਨਪੀ ਦੀ ਵੇਟ ਕਰ ਰਹੇ ਸੀਗੇ, ਰਾਈਟ? ਹੂੰ ਓਕੇ। ਇਹਨਾਂ ਦਾ ਵਰਕ ਵਰਕ ਪਰਮਿਟ ਵੀ ਪਰਮਿਟ ਵੀ ਨੈਕਸਟ expire ਈਅਰ ਜੀ, ਨੈਕਸਟ ਈਅਰ ਇਹਨਾਂ ਦਾ ਵਰਕ ਪਰਮਿਟ ਵੀ ਐਕਸਪਾਇਰ ਹੋ ਰਿਹਾ। ਓਕੇ। ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਬੈਸਟ ਚੀਜ਼ ਹੈਗੀ ਹੈ ਕਿ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਤੇ ਡਰਾਜ਼ ਉਸੇ ਤਰ੍ਹਾਂ ਕੰਟੀਨਿਊ ਹੈਗੇ ਆ। ਅਸੀਂ ਰੀਸੈਂਟਲੀ ਦੇਖਿਆ ਹੈ ਕਿ ਓਨਟਾਰੀਓ ਨੇ ਵੀ ਪਿਕ ਕੀਤੇ ਨੇ, BC ਨੇ ਵੀ ਪਿਕ ਕੀਤੇ, ਮੈਨੀਟੋਬਾ ਨੇ ਵੀ, ਸੈਸਕੈਚੁਆਨ ਦੇ ਵੀ, ਸਾਰੇ ਡਰਾਜ਼ ਉਸੇ ਤਰ੍ਹਾਂ ਚੱਲ ਰਹੇ ਨੇ। ਬਟ ਜੇ ਇਹਨਾਂ ਦਾ ਸਕੋਰ ਥੱਲੇ ਹੈਗਾ ਤਾਂ ਸ਼ੀ ਹੈਜ਼ ਟੂ ਵਰਕ ਔਨ ਇਨਕਰੀਜ਼ਿੰਗ ਦਾ ਸਕੋਰ। ਉਹ ਭਾਵੇਂ ਇਹਨਾਂ ਨੂੰ ਆਈਲੈਟਸ ਦਾ ਸਕੋਰ ਇੰਪਰੂਵ ਕਰਨਾ ਪਵੇ ਜਾਂ ਜੌਬ ਆਫਰ ਲੈਣੀ ਪਵੇ, ਉਹਦੇ ਨਾਲ ਹੀ ਐਪਲੀਕੇਸ਼ਨ ਪਿਕ ਹੋਏਗੀ। ਐਂਡ ਹਾਲੇ ਇਹਨਾਂ ਦੇ ਕੋਲ ਟਾਈਮ ਹੈਗਾ। ਸ਼ੀ ਸ਼ੁੱਡ ਬੀ ਕੰਸਰਨਡ ਕਿ ਮੇਰੇ ਵਾਸਤੇ ਆਪਸ਼ਨ ਕੀ ਬਣ ਰਹੀਆਂ ਹੈਗੀਆਂ। ਜੇ ਉੱਥੇ ਰਹਿਣਾ ਆ ਤੇ ਆਪਣੇ ਪੁਆਇੰਟਸ ਦੇ ਉੱਤੇ ਜ਼ਰੂਰ ਫੋਕਸ ਰੱਖੋ ਕਿ ਕਿਸ ਤਰ੍ਹਾਂ ਤੁਸੀਂ ਵਧਾ ਸਕਦੇ ਹੋ। ਇਹ ਨਾ ਸੋਚੋ ਕਿ ਡਰਾ ਥੱਲੇ ਚੱਲ ਜਾਏਗਾ ਤਾਂ ਮੇਰੀ ਐਪਲੀਕੇਸ਼ਨ ਪਿਕ ਹੋ ਜਾਏਗੀ। ਜੀ ਸਤਿ ਸ੍ਰੀ ਅਕਾਲ ਜੀ, ਮੈਂ ਅਲਬਰਟਾ ਤੋਂ ਬੋਲਦਾ ਜੀ। ਜੀ ਸਰ, ਪੁੱਛੋ ਸਵਾਲ, ਕੀ ਜਿੱਦਾਂ ਪੁੱਛਣਾ? ਨਾ ਹਾਂਜੀ, ਸਾਡੇ ਸਪੇਨ ਤੋਂ ਜੀ ਸਿਟੀਜ਼ਨ ਆ ਮੇਰਾ ਲੜਕਾ, ਉਹਨੇ ਇੱਥੇ ਆਉਣਾ ਗਾ। ਸਾਡੀ ਆਪ ਦੀ ਕੰਸਟਰਕਸ਼ਨ ਦੀ ਕੰਪਨੀ ਆ ਜੀ ਮੇਰੇ ਲੜਕੇ ਦੀ। ਉਹ LMO ਕਢਾ ਕੇ ਦੇ ਸਕਦਾ, ਉਹਦੇ ਨਾਲ ਉਹ PR ਹੋ ਸਕਦਾ ਜੀ? ਮਨੂ ਜੀ, ਤੁਸੀਂ ਇਸ ਦਾ ਜਵਾਬ ਦੇ ਸਕਦੇ ਹੋ? ਤੁਹਾਨੂੰ ਕੁਐਸਚਨ ਜੇ ਸਮਝ ਆਇਆ ਹੋਵੇ। ਮੈਨੂੰ ਕੁਐਸਚਨ ਇਹਨਾਂ ਦਾ ਥੋੜਾ ਬਹੁਤ ਸਮਝ ਆਇਆ। ਸਰ, ਤੁਸੀਂ ਆਪਣਾ ਕੁਐਸਚਨ ਦੁਬਾਰਾ ਰਿਪੀਟ ਕਰੋਗੇ? ਤੁਹਾਡੇ ਬੇਟੇ ਦੀ ਕਿਸ ਚੀਜ਼ ਦੀ ਉੱਥੇ ਹੈ ਕੰਪਨੀ? ਮੈਂ ਜੀ ਅਲਬਰਟਾ ਤੋਂ ਬੋਲਦਾ। ਸਾਡੇ ਨਾਲ ਲੜਕੇ ਨੇ ਸਿਟੀਜ਼ਨ ਆ ਉਹ ਸਪੇਨ ਦਾ ਜੀ, ਉਹਨੇ ਇੱਥੇ ਆਉਣਾ ਗਾ ਕਿ ਉਹਨੂੰ ਅਸੀਂ ਸਾਡੀ ਆਪ ਦੀ ਕੰਪਨੀ ਆ ਕੰਸਟਰਕਸ਼ਨ ਦੀ ਤੇ ਮੇਰੇ ਲੜਕੇ ਦੀ, ਉਹ ਕੰਪਨੀ ਦੇ ਵਿੱਚੋਂ LMO ਕਢਾ ਕੇ ਦੇ ਸਕਦਾ, ਉਹਦੇ ਨਾਲ ਉਹ PR ਹੋ ਸਕਦਾ ਜੀ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜਿਹੜੇ ਵੀ ਕੈਨੇਡੀਅਨ ਬਿਜ਼ਨਸ ਹੈਗੇ ਨੇ, LMIA ਵਾਸਤੇ ਐਲੀਜੀਬਿਲਟੀ ਦਾ ਬੇਸਿਕਲੀ 3 ਰਿਕੁਆਇਰਮੈਂਟਸ ਹੈਗੀਆਂ। ਸਭ ਤੋਂ ਪਹਿਲਾਂ ਤਾਂ ਬਿਜ਼ਨਸ ਘੱਟੋ ਘੱਟ 2 ਸਾਲ ਪੁਰਾਣਾ ਹੋਣਾ। ਸੈਕੰਡ ਰਿਕੁਆਇਰਮੈਂਟ ਹੈਗੀ ਹੈ ਕਿ ਘੱਟੋ ਘੱਟ 3 ਤੋਂ 5 EMPLOYEES ਉਹਨਾਂ ਦੇ ਪੇਰੋਲ ਦੇ ਉੱਤੇ ਹੋਣੇ ਚਾਹੀਦੇ ਨੇ ਫੁੱਲ ਟਾਈਮ। ਐਂਡ ਥਰਡ ਰਿਕੁਆਇਰਮੈਂਟ ਹੈਗੀ ਕੰਪਨੀ ਪ੍ਰੋਫਿਟੇਬਲ ਹੋਣੀ ਚਾਹੀਦੀ। ਐਂਡ ਜੇ ਰਿਕੁਆਇਰਮੈਂਟਸ ਕੰਪਨੀ ਮੀਟ ਕਰ ਰਹੀ ਹੈ ਤੇ LMIA ਵਾਸਤੇ ਐਲੀਜੀਬਿਲਟੀ ਬਣ ਗਈ। ਹੁਣ ਜੇ ਕੈਂਡੀਡੇਟ ਉਹਨਾਂ ਨੂੰ ਇਹੋ ਜਿਹਾ ਇੱਥੇ ਕੈਨੇਡੀਅਨ ਕੈਨੇਡਾ 'ਚ ਨਹੀਂ ਮਿਲ ਰਿਹਾ ਤੇ ਐਪਲੀਕੇਸ਼ਨ ਕੋਈ ਉਹਨਾਂ ਦੇ ਕੋਲ ਇਹੋ ਜਿਹਾ ਕੈਂਡੀਡੇਟ ਹੋਵੇ, ਭਾਵੇਂ ਕਰਦਾ ਹੀ ਹੋਵੇ, ਜਿਹੜੀ ਰਿਕੁਆਇਰਮੈਂਟਸ ਕਰ ਰਿਹਾ, ਉਹ ਇੰਪਲੋਇਮੈਂਟ ਓਪਰਚੁਨਿਟੀਜ਼, ਇੰਪਲੋਇਮੈਂਟ ਦੀਆਂ ਸਾਰੀਆਂ ਰਿਕੁਆਇਰਮੈਂਟਸ ਮੀਟ ਹੋ ਰਹੀਆਂ ਤੇ ਉਹਦੇ ਵਾਸਤੇ ਉਹ LMIA। ਜੀ ਬਿਲਕੁਲ ਸਰ, ਅਸੀਂ ਗੱਲਬਾਤ ਕਰ ਰਹੇ ਸੀ ਜਿਹੜੇ ਬਾਰਡਰ ਤੇ ਜਾ ਕੇ ਖਾਸ ਤੌਰ ਤੇ ਸਟੂਡੈਂਟਸ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਜਾਂਦੇ ਨੇ, ਉਹ ਪ੍ਰੋਸੈਸ ਦੀ ਗੱਲ ਕਰੀਏ, ਕੀ ਉਹ ਚੱਲ ਰਿਹਾ ਹੈ ਜਾਂ ਹੁਣ ਉਹ ਕਰਨਾ ਸਹੀ ਹੈ? ਬਿਲਕੁਲ ਇਸ ਟਾਈਮ ਤੇ ਬਾਰਡਰ ਤੇ 1-on-1 ਇੰਟਰੈਕਸ਼ਨਸ ਬਿਲਕੁਲ ਬੰਦ ਹੈਗੀਆਂ। ਸੋ ਤੁਸੀਂ ਜਾ ਕੇ ਬਾਰਡਰ ਤੇ ਨਾ ਤੇ ਸਟੱਡੀ ਪਰਮਿਟ ਐਕਸਟੈਂਡ ਦੀ ਐਪਲੀਕੇਸ਼ਨ ਲਗਾ ਸਕਦੇ, ਨਾ ਹੀ ਵਰਕ ਪਰਮਿਟ, ਨਾ ਹੀ LMIA ਦੇ ਨਾਲ ਜਾ ਸਕਦੇ ਹੋ। ਸੋ ਨਾ ਤੇ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਿਲਟੀ ਹੈਗੀ ਉੱਥੇ। ਸੋ ਇਹ ਤੁਹਾਨੂੰ ਆਨਲਾਈਨ ਹੀ ਕਰਨਾ ਪਏਗਾ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜੇ ਤੁਸੀਂ ਪ੍ਰੋਫੈਸ਼ਨਲੀ ਕੇਪੇਬਲ ਹੈਗੇ ਹੋ ਤੇ ਆਪਣੇ ਆਪ ਐਪਲੀਕੇਸ਼ਨ ਕਰੋ, ਅਦਰਵਾਈਜ਼ ਕੰਸਲਟੈਂਟ ਔਰ ਅ ਲਾਇਰ ਹੂ ਵਿਲ ਪ੍ਰੋਫੈਸ਼ਨਲੀ able to assist you. The reason is ਕਿ ਜਿਹੜੀ ਪੇਪਰ ਐਪਲੀਕੇਸ਼ਨ ਜਾਂ ਆਨਲਾਈਨ ਐਪਲੀਕੇਸ਼ਨ ਦਾ 90 ਦਿਨ ਤੋਂ 120 ਦਿਨ ਦਾ ਪ੍ਰੋਸੈਸਿੰਗ ਟਾਈਮ ਅੱਜ ਦੀ ਤਰੀਕ ਦੇ ਵਿੱਚ ਚੱਲ ਰਿਹਾ ਹੈਗਾ। ਸੋ ਜੇ ਤੁਸੀਂ 90 ਦਿਨ ਜਾਂ 120 ਦਿਨ ਬਾਅਦ ਤੁਹਾਨੂੰ ਪਤਾ ਚੱਲਦਾ ਕਿ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਆ ਕਮੀਆਂ ਰਹਿ ਗਈਆਂ, ਆ ਡਾਕੂਮੈਂਟੇਸ਼ਨ ਦੀ ਘਾਟ ਰਹਿ ਗਈ, ਜਾਂ ਫੀਸ ਦੀ ਕੋਈ ਘਾਟ ਰਹਿ ਗਈ, ਜਾਂ ਇੱਕ ਜਗ੍ਹਾ ਕੋਈ ਚੀਜ਼ ਮੈਂਸ਼ਨ ਨਹੀਂ ਕੀਤੀ, ਜਾਂ ਕੁਝ ਸਿਗਨੇਚਰ ਦੇ ਵਿੱਚ ਕੋਈ ਇਸ਼ੂ ਹੈਗਾ, ਤੇ ਉਹਦੇ ਕਰਕੇ ਤੁਹਾਡੀ ਐਪਲੀਕੇਸ਼ਨ ਜੇ 3 ਤੋਂ 4 ਮਹੀਨਿਆਂ ਦੇ ਵਿੱਚ ਵਾਪਸ ਆਉਂਦੀ ਹੈ ਤੇ ਯੂ ਮਾਈਟ ਬੀ ਆਊਟ ਆਫ ਸਟੇਟਸ ਐਟ ਦੈਟ ਪੁਆਇੰਟ ਆਫ ਟਾਈਮ। ਸੋ ਜੇ ਪ੍ਰੋਫੈਸ਼ਨਲੀ ਕਰ ਸਕਦੇ ਹੋ ਤਾਂ ਹੀ ਕਰੋ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ ਔਰ ਅ ਲਾਇਰ। ICC ਇਮੀਗ੍ਰੇਸ਼ਨ ਤੇ ਵੀ ਅਸੀਂ ਇੱਕ ਸਪੈਸ਼ਲ ਉਪਰਾਲੇ ਕੀਤੇ ਹੋਏ ਨੇ। ਅਸੀਂ ਬੱਚਿਆਂ ਨੂੰ ਸਪੈਸ਼ਲ ਪ੍ਰਾਈਸਿੰਗਸ ਅੱਜ ਦੀ ਤਰੀਕ ਦੇ ਵਿੱਚ ਦੇ ਰਹੇ ਹੈਗੇ ਆ ਤਾਂ ਕਿ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲੀ ਅਸੀਂ ਜੋ ਆਪਣੀ ਹੈਲਪ ਕਰ ਸਕਦੇ ਹੋਏ ਉਹ ਕਰ ਦਈਏ। ਐਂਡ ਇੱਕੋ ਹੀ ਚੀਜ਼ ਇੱਥੇ ਐਡ ਕਰਨਾ ਚਾਹੂੰਗਾ ਤਰਨ ਕਿ rather than spending or saving a few $100, ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਸਟੇਟਸ ਤੋਂ ਆਊਟ ਹੋ ਜਾਓ। ਸੋ ਉਹ ਚੀਜ਼ ਜ਼ਰੂਰ ਆਪਣੇ ਧਿਆਨ ਰੱਖਿਆ ਜਾਏ ਜੀ। ਹੈਲੋ, ਹਾਂਜੀ, ਮੈਂ ਤੁਹਾਡੇ ਕੋਲ ਪਤਾ ਕਰਨਾ ਸੀਗਾ, ਜਿੱਦਾਂ ਸਾਨੂੰ ਮੇਰੇ ਕੋਲ LMI ਜਿੱਦਾਂ 2 ਬੰਦੇ ਮੇਰੇ ਕੋਲ ਕੰਮ ਕਰਦੇ ਆ ਤਾਂ ਉਹਨਾਂ ਦੀ LMI ਖਤਮ ਹੋਣ ਵਾਲੀ ਆ, ਤਾਂ ਮੈਨੂੰ ਕੀ ਕਰਨਾ ਚਾਹੀਦਾ? ਉਹਨਾਂ ਦੀ LMI ਖਤਮ ਹੋਣ ਵਾਲੀ ਹੈ ਤੇ ਤੁਸੀਂ ਪੁੱਛ ਰਹੇ ਹੋ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ? ਜੀ ਬਿਲਕੁਲ, ਕੀ ਕਰਨਾ ਚਾਹੀਦਾ? ਆਈ ਨੀਡ ਦੋਜ਼ ਗਾਈਜ਼ ਅਗੇਨ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਮੈਮ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਸਰਵਿਸ ਕੈਨੇਡਾ ਦਾ ਉਸੇ ਤਰ੍ਹਾਂ LMIA ਕਰਾ ਕੇ ਸਰਵਿਸ ਕੈਨੇਡਾ ਅੱਜ ਦੀ ਤਰੀਕ ਦੇ ਵਿੱਚ ਵੀ ਐਪਲੀਕੇਸ਼ਨਸ ਪ੍ਰੋਸੈਸ ਕਰ ਰਿਹਾ ਹੈਗਾ। ਉਸ ਸਾਡੇ ਕੋਲ ਇੱਕ ਉਸੇ ਤਰ੍ਹਾਂ ਕੰਮ ਕਰ ਰਹੇ ਸਰਵਿਸ ਕੈਨੇਡਾ। ਸੋ ਤੁਹਾਨੂੰ ਜੇ LMIA
ਖਤਮ ਹੋਣ ਜਾ ਰਿਹਾ ਬਸ ਬਿਲਕੁਲ ਬੰਦ ਹੈਗੀਆਂ ਬਟ ਅਸੀਂ ਆਨਲਾਈਨ ਤੇ ਵੀਡੀਓ ਕਾਨਫਰੈਂਸਿੰਗ ਤੇ ਫੋਨ ਕਾਲ ਤੇ ਆਪਣੇ ਐਗਜ਼ਿਸਟਿੰਗ ਐਂਡ ਨਿਊ ਕਲਾਇੰਟਸ ਨੂੰ ਉਸੇ ਤਰ੍ਹਾਂ ਹੈਲਪ ਜੀ ਐਲਐਮਆਈ ਦੀ ਗੱਲ ਹੋ ਰਹੀ ਹੈ ਮਨੂ ਜੀ, ਕੀ ਐਲਐਮਆਈ ਦੇ ਪ੍ਰੋਸੈਸ ਜਿਹੜਾ ਸਿਰਫ ਜਿਹੜੇ ਇਨਸਾਈਡ ਕੈਨੇਡਾ ਨੇ ਉਹਨਾਂ ਦੇ ਲਈ ਹੀ ਚੱਲ ਰਿਹਾ ਜਾਂ ਫਿਰ ਜਿਹੜੇ ਆਊਟਸਾਈਡ ਨੇ ਉਹ ਵੀ ਅਪਲਾਈ ਕਰ ਸਕਦੇ, ਜਿਵੇਂ ਕਿਸੇ ਦਾ ਪ੍ਰੋਸੈਸ ਲੱਗਿਆ ਹੋਇਆ ਜਾਂ ਕਿਸੇ ਨੇ ਐਲਐਮਆਈ ਲਈ ਅਪਲਾਈ ਕਰਨਾ ਹੈ? ਕਰਨ ਜੀ ਭਾਵੇਂ ਇਨ ਕੈਨੇਡਾ ਹੈਗੇ ਨੇ ਭਾਵੇਂ ਆਊਟਸਾਈਡ ਹੈਗੇ ਨੇ, ਦੋਨੋਂ ਸਰਕਮਸਟੈਂਸਸ ਦੇ ਵਿੱਚ ਐਲਐਮਆਈ ਪ੍ਰੋਸੈਸ ਹੋ ਰਹੇ ਨੇ। ਹਾਂ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਥੋੜਾ ਜਿਹਾ ਵੱਧ ਗਿਆ ਹੈਗਾ ਬਿਕੋਜ਼ ਪਹਿਲੇ ਕੀ ਹੁੰਦਾ ਸੀਗਾ ਕਿ ਜੌਬ ਬੈਂਕਸ ਦੇ ਵਿੱਚ ਔਰ ਤੁਹਾਨੂੰ ਐਡਵਰਟਾਈਜ਼ਮੈਂਟਸ ਕ੍ਰੀਏਟ ਕਰਨੀਆਂ ਪੈਂਦੀਆਂ ਸੀ ਜੌਬ ਬੈਂਕ ਦੇ ਵਿੱਚ ਹੋਰ ਵੈਬਸਾਈਟਸ ਦੇ ਵਿੱਚ ਜਿਹੜੀਆਂ ਨਿਊ ਕਮਰਸ ਵੈਬਸਾਈਟ ਜਾਂ ਇੰਡੀਜਨਸ ਵੈਬਸਾਈਟਸ ਨੇ। ਸੋ ਉਹ ਅੱਜ ਦੀ ਤਰੀਕ ਦੇ ਵਿੱਚ ਉਹ ਐਕਸਪੀਡਾਈਟਡ ਹੈਗਾ, ਉਹ ਪਹਿਲੇ 4 ਤੋਂ 7 ਦਿਨ ਲੱਗ ਜਾਂਦੇ ਸੀਗੇ ਅਪਰੂਵਲ ਤੇ ਅੱਜ ਦੀ ਤਰੀਕ ਦੇ ਵਿੱਚ ਸੇਮ ਡੇ ਅਪਰੂਵਲ ਆ ਰਹੀ ਹੈ। ਸਰਵਿਸ ਕੈਨੇਡਾ ਵਿਦਿਨ 4 ਵੀਕਸ ਉਸ ਤੋਂ ਬਾਅਦ ਤੁਹਾਨੂੰ 4 ਹਫ਼ਤੇ ਐਡਵਰਟਾਈਜ਼ਮੈਂਟ ਚਲਾਣੀ ਹੈਗੀ ਹੈ ਤੇ 6th ਵੀਕ ਦੇ ਵਿੱਚ ਸਾਡੇ ਕੋਲ ਇਹੋ ਜਿਹੀ ਸਰਵਿਸ ਕੈਨੇਡਾ ਪਾਸਟ ਹੋਈ ਸੀ ਕਿ 6th ਵੀਕ ਦੇ ਵਿੱਚ ਪੋਜ਼ਿਟਿਵ ਰਿਜ਼ਲਟਸ ਵੀ ਆ ਜਾਂਦੇ ਸੀ ਬਟ 6th ਵੀਕ ਤੋਂ ਟਾਈਮ ਵੱਧ ਕੇ ਘੱਟੋ ਘੱਟ 2 ਤੋਂ 3 ਹਫ਼ਤੇ ਅੱਜ ਦੀ ਤਰੀਕ 'ਚ ਵੱਧ ਗਿਆ ਹੈਗਾ ਟਾਈਮ। ਜੇ ਤੁਸੀਂ ਐਪਲੀਕੇਸ਼ਨ ਕਰਵਾਉਣਾ ਚਾਹੁੰਦੇ ਹੋ ਨਾਓ ਇਜ਼ ਅ ਗੁੱਡ ਟਾਈਮ ਟੂ ਪ੍ਰੋਸੈਸ ਬਿਕੋਜ਼ ਆਫਿਸਰਸ ਅੱਜ ਦੀ ਤਰੀਕ ਦੇ ਵਿੱਚ ਬੜੇ ਧਿਆਨ ਦੇ ਨਾਲ ਐਪਲੀਕੇਸ਼ਨ ਜੀ ਬਿਲਕੁਲ। ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਸੀਂ ਇੱਧਰ ਸੋਈਸ ਤੋਂ ਬੋਲਦੇ ਹਾਂ BC ਤੋਂ ਜੀ। ਹਾਂਜੀ, ਸਾਡਾ ਇਹ ਸਵਾਲ ਹੈ ਕਿ ਜੀ ਮੇਰੀ ਦੀਦੀ ਐਂਡ ਸਿਸਟਰ ਇਨ ਲਾ ਉਹ ਇੰਡੀਆ 'ਚ ਨੇ, ਅਸੀਂ ਉਹਨਾਂ ਦਾ ਬਹੁਤ ਵਾਰੀ ਅਪਲਾਈ ਕਰ ਚੁੱਕੇ ਹਾਂ। ਮੇਰੀ ਮਦਰ ਇਨ ਲਾ ਦੀ ਸਰਜਰੀ ਦਾ ਸੀਗਾ, ਅਸੀਂ ਡਾਕਟਰ ਤੋਂ ਲਿਖਵਾ ਕੇ ਭੇਜਿਆ ਪਰ ਉਹਨਾਂ ਨੇ ਜਵਾਬ ਦੇਤਾ ਜੀ। ਤੇ ਮੈਮ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ, ਕੁਐਸਚਨ ਕੀ ਹੈ ਤੁਹਾਡਾ? ਸਰ ਕੁਐਸਚਨ ਇਹ ਹੈ ਵੀ ਉਹਨਾਂ ਨੂੰ ਜਿਹੜੇ ਸਾਰਾ ਕੁਝ ਡਾਕਟਰ ਤੋਂ ਸਾਰਾ ਕੁਝ ਲਿਖਵਾ ਕੇ ਭੇਜਿਆ ਵੀ ਸਪਾਈਨ ਦੀ ਸਰਜਰੀ ਸੀਗੀ ਤੇ ਉਹਨਾਂ ਨੂੰ ਵੀਜ਼ਾ ਦਾ ਕੀ ਚਾਂਸ ਕਿਉਂ ਦਿੱਤਾ ਹੈਗਾ? ਉਹ ਰਹਿਣਾ ਵੀ ਨਹੀਂ ਮੰਗਦੇ ਹੈਗੇ, ਜਸਟ ਸਰਜਰੀ ਤੇ ਆਉਣਾ ਮੰਗਦੇ ਸੀ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਮੈਮ। ਤੇ ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ BC ਤੋਂ ਬੋਲਦੀ ਹਾਂ ਤੇ ਸਾਡੀ ਫਾਈਲ ਲੱਗੀ ਨੂੰ 9 ਮਹੀਨੇ ਹੋ ਗਏ ਤਾਂ ਜਨਵਰੀ ਦੇ ਵਿੱਚ ਸਾਡੇ ਤੋਂ ਕੁਝ ਰਿਕੁਆਇਰਮੈਂਟਾਂ ਮੰਗੀਆਂ ਸੀ, ਉਹ ਅਸੀਂ ਦੇਤੀਆਂ ਸੀ ਤੇ ਉਹ ਮੈਡੀਕਲ ਦਾ ਪੁੱਛਣਾ ਸੀ ਕਿੰਨਾ ਟਾਈਮ ਲੱਗਦਾ ਹੁਣ ਮੈਡੀਕਲ ਨੂੰ। ਮੈਮ ਫਾਈਲ ਕਿਸ ਚੀਜ਼ ਦੀ ਲੱਗੀ ਹੈ ਤੁਹਾਡੀ? ਹਾਂਜੀ ਫਾਈਲ ਕਿਹੜੀ ਫਾਈਲ ਲੱਗੀ ਹੈ ਤੁਹਾਡੀ? ਸਾਡੀ ਪਰਮਨੈਂਟ ਰੈਜ਼ੀਡੈਂਟ ਵਾਸਤੇ ਲੱਗੀ ਹੋਈ ਹੈ ਜੀ। ਤੇ ਤੁਸੀਂ ਮੈਡੀਕਲ ਬਾਰੇ ਪੁੱਛਣਾ ਚਾਹੁੰਦੇ ਹੋ ਕਿ ਮੈਡੀਕਲ ਕਦੋਂ ਤੱਕ ਆਏਗਾ? ਹਾਂਜੀ ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਸਰ ਇਸ ਤੋਂ ਪਹਿਲਾਂ ਅਸੀਂ ਉਹਨਾਂ ਦਾ ਜਵਾਬ ਦੇ ਦਈਏ ਜਿਹੜੇ ਕਹਿ ਰਹੇ ਸੀਗੇ ਕਿ ਉਹਨਾਂ ਨੇ ਸਰਜਰੀ ਦੇ ਲਈ ਬੁਲਾਉਣਾ ਚਾਹੁੰਦੇ ਸੀ ਬਟ ਮਨਾ ਕਰ ਦਿੱਤਾ ਗਿਆ, ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਦਿੱਤਾ ਗਿਆ। ਟੈਂਪਰੇਰੀ ਐਪਲੀਕੇਸ਼ਨ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨਸ ਆਰ ਔਨ ਹੋਲਡ, ਹੁਣ ਨਵੀਆਂ ਐਪਲੀਕੇਸ਼ਨਸ ਨਹੀਂ ਐਕਸੈਪਟ ਹੋ ਰਹੀਆਂ। ਪਹਿਲੀ ਗੱਲ। ਦੂਸਰੀ ਚੀਜ਼ ਆ ਗਈ ਕਿ ਉਹਨਾਂ ਨੇ ਐਪਲੀਕੇਸ਼ਨ ਇੱਕ ਵਾਰੀ ਜਾਂ 2 ਵਾਰੀ ਜਾਂ 3 ਵਾਰੀ ਲਗਾਈ ਤੇ ਉਹ ਰਿਫਿਊਜ਼ ਹੋ ਗਿਆ, ਸੋ ਦੈਟ ਮੀਨਸ ਕਿ ਆਫਿਸਰ ਨੂੰ ਉਹਨਾਂ ਦੀ ਫਾਈਲ ਦੇ ਵਿੱਚ, ਉਹਨਾਂ ਦੀ ਸਿਸਟਮ ਦੀ ਫਾਈਲ ਦੇ ਵਿੱਚ ਕੋਈ ਕੰਸਰਨਸ ਨਜ਼ਰ ਆ ਰਹੇ ਨੇ। ਸੋ ਉਹ ਰਿਫਿਊਜ਼ਲ ਲੈਟਰ ਲੈ ਕੇ ਤੇ ਜਿਹੜੀ ਐਪਲੀਕੇਸ਼ਨ ਤੁਸੀਂ ਪੁੱਟ ਅਪ ਕੀਤੀ ਸੀ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਐਂਡ ਵੀ ਕੈਨ ਡਿਸਕਸ ਕਿ ਕੀ ਆਪਸ਼ਨਸ ਉਹਨਾਂ ਦੀਆਂ, ਕਿਸ ਤਰ੍ਹਾਂ ਉਹ ਕੰਸਰਨਸ ਐਡਰੈਸ ਹੋ ਸਕਦੇ ਨੇ। ਸੋ ਉਹਦੇ ਵਾਸਤੇ ਸਾਨੂੰ ਈਮੇਲ ਭੇਜ ਸਕਦੇ ਹੋ ਸਾਡੇ 8 ਨੰਬਰ ਤੇ ਐਂਡ ਵੀ ਕੈਨ ਗਾਈਡ ਯੂ। ਜੀ ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਮੈਮ ਥੋੜਾ ਜਿਹਾ ਘੱਟ ਕਰ ਦਿਓ। ਮੈਮ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਥੋੜਾ ਜਿਹਾ ਪਲੀਜ਼ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਹਾਂਜੀ ਦੱਸੋ ਜੀ ਕੀ ਕੁਐਸਚਨ ਹੈ ਤੁਹਾਡਾ? ਹੈਲੋ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੀ ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਡਾਇਰੈਕਟ ਫੋਨ ਤੇ ਗੱਲ ਕਰੋ। ਸਰ ਇੱਕ ਨੈਕਸਟ ਮੈਮ ਦਾ ਕੁਐਸਚਨ ਸੀਗਾ ਕਿ ਉਹਨਾਂ ਦੇ 9 ਮੰਥ ਹੋ ਚੁੱਕੇ ਨੇ ਲਗਭਗ ਫਾਈਲ ਲੱਗੀ ਨੂੰ PR ਦੀ ਤੇ ਮੈਡੀਕਲ ਦੀ ਵੇਟ ਕਰ ਰਹੇ ਨੇ, ਕਦੋਂ ਤੱਕ ਵੇਟ ਕਰਨੀ ਪਏਗੀ? ਜੀ ਬਿਲਕੁਲ, ਅੱਜ ਦੀ ਤਰੀਕ ਦੇ ਵਿੱਚ ਚੇਂਜ ਸਰਕਮਸਟੈਂਸਸ ਦੇ ਵਿੱਚ ਹੋ ਸਕਦਾ ਉਹਨਾਂ ਨੂੰ ਥੋੜੀ ਜਿਹੀ ਹੋਰ ਵੇਟ ਕਰਨੀ ਪਵੇ ਬਿਕੋਜ਼ ਈਵਨ ਜਿਹੜੇ ਫਿਜ਼ੀਸ਼ੀਅਨਸ ਹੈਗੇ ਨੇ ਜਿਹੜੇ ਮੈਡੀਕਲਸ ਕਰ ਰਹੇ ਨੇ ਉਹ ਵੀ 1-on-1 ਫੋਨ ਤੇ ਕੰਸਲਟ ਕਰ ਰਹੇ ਨੇ। ਸੋ ਜਿਹੜਾ ਮੈਡੀਕਲ ਪਰਪਸ ਦੇ ਨਾਲ ਜਿਹੜਾ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟ ਸੀ ਉਹ ਮੀਟ ਨਹੀਂ ਹੋ ਪਾਏਗੀ। ਦੈਟ ਇਜ਼ ਦ ਰੀਜ਼ਨ देयर ਫਾਈਲ ਇਜ਼ ਪ੍ਰੋਬਬਲੀ ਔਨ ਹੋਲਡ ਬਟ ਇਵੈਂਚੁਅਲੀ ਦੇ ਸ਼ੁੱਡ ਹੀਅਰ ਸਮਥਿੰਗ ਬੈਕ ਪ੍ਰੀਟੀ ਸੂਨ ਜਿਸ ਤਰ੍ਹਾਂ ਇਹ ਲੋਕਡਾਊਨ ਵਗੈਰਾ ਖੁੱਲੇ। ਜੀ ਬਿਲਕੁਲ, ਇੱਕ ਹੋਰ ਦਰਸ਼ਕ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਕਿੱਥੋਂ ਬੋਲ ਰਹੇ ਹੋ? ਅਸੀਂ ਸਰੀ ਤੋਂ ਬੋਲ ਰਹੇ ਹਾਂ। ਤੇ ਸਾਡਾ ਕੁਐਸਚਨ ਇਹ ਸੀਗਾ ਤੇ ਸਾਡਾ ਪਾਸਪੋਰਟ ਰਿਕੁਐਸਟ ਆਈ ਨੂੰ ਮਹੀਨਾ ਹੋ ਚੁੱਕਿਆ ਤੇ ਅਸੀਂ ਪਾਸਪੋਰਟ ਭੇਜ ਚੁੱਕੇ ਹਾਂ ਤੇ ਇਹ ਪੁੱਛਣਾ ਸੀ ਉੱਥੇ ਓਟਵਾ ਜਿਹੜੀ ਇਮੀਗ੍ਰੇਸ਼ਨ ਆ ਉਹ ਘਰੋਂ ਬਹਿ ਕੇ ਕੰਮ ਕਰ ਰਹੀ ਹੈ ਜਾਂ ਕਿੰਨਾ ਟਾਈਮ ਤੱਕ ਆਏਗਾ? ਤਕਰੀਬਨ 20 ਦਿਨਾਂ ਤੱਕ ਆ ਜਾਂਦੇ ਆ, ਅਸੀਂ ਕਾਲ ਕਰਦੇ ਹਾਂ ਕਸਟਮਰ ਕੇਅਰ ਤੇ ਕੋਈ ਚੱਕ ਨਹੀਂ ਰਿਹਾ। ਜੀ ਬਿਲਕੁਲ, ਕੋਰੋਨਾ ਵਾਇਰਸ ਕਰਕੇ ਲੇਟ ਹੋ ਰਿਹਾ ਕਿਦਾਂ? ਤੁਸੀਂ ਟੀਵੀ ਸਕਰੀਨ ਤੇ ਸਰ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਹੈ, ਥੈਂਕ ਯੂ ਸੋ ਮਚ। ਸਰ ਪਾਸਪੋਰਟ ਦੀ ਇਨਕੁਆਇਰੀ ਦੇ ਬਾਰੇ ਗੱਲ ਕਰ ਰਹੇ ਨੇ, ਪਾਸਪੋਰਟ ਇਹਨਾਂ ਨੇ ਕਰਵਾਇਆ ਹੋਇਆ ਸੀ।
ਕਿ ਪਾਸਪੋਰਟ ਜੇ ਇਹਨਾਂ ਨੇ ਜਮ੍ਹਾਂ ਕਰਾਇਆ ਹੋਇਆ ਹੈ, ਐਪਲੀਕੇਸ਼ਨ ਇਹਨਾਂ ਦੀ ਪ੍ਰੋਸੈਸ ਹੋ ਰਹੀ ਹੈ ਐਂਡ ਆਫੀਸਰਸ ਆਰ ਸਟਿਲ ਵਰਕਿੰਗ। ਇਮੀਗ੍ਰੇਸ਼ਨ ਦੇ ਸਾਰੀਆਂ ਐਪਲੀਕੇਸ਼ਨ ਪ੍ਰੋਸੈਸ ਵਿਦ ਇਨ ਕੈਨੇਡਾ ਹੋ ਰਹੀਆਂ ਹੈਗੀਆਂ ਐਂਡ ਸਟੈਂਪਿੰਗ ਹੋ ਕੇ ਇਹਨਾਂ ਦਾ ਪਾਸਪੋਰਟ ਇਹਨਾਂ ਦੇ ਕੋਲ ਸ਼ਾਰਟਲੀ ਆ ਜਾਣਾ ਚਾਹੀਦਾ ਜੀ। ਸਰ ਹੁਣ ਇੱਕ ਜਿਵੇਂ ਥੋੜਾ ਜਿਹਾ ਅਸੀਂ ਪ੍ਰੋਸੈਸ ਦੀ ਗੱਲ ਕਰੀਏ, ਜਿਵੇਂ ਕਿ ਆਲਰੇਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਤੇ ਡਰਾਸ ਤਾਂ ਨਿਕਲੇ ਨੇ, ਇੱਕ ਸਕਿਲਡ ਕੈਟਾਗਰੀ ਜਿਹੜੀ ਹੁੰਦੀ ਆ ਕਿ ਉਹਦੇ ਜਿਵੇਂ ਕਿਹਾ ਜਾਂਦਾ ਹੈ ਕਿ ਸਾਲ ਦੇ ਵਿੱਚ 1 ਜਾਂ 2 ਡਰਾਸ ਜ਼ਰੂਰ ਨਿਕਲਦੇ ਨੇ। ਮਈ ਦੇ ਵਿੱਚ ਕਾਫੀ ਲੋਕਾਂ ਨੇ ਉਮੀਦਾਂ ਲਗਾਈਆਂ ਹੋਈਆਂ ਨੇ, ਕਿ ਤੁਹਾਨੂੰ ਲੱਗਦਾ ਹੈ ਕਿ ਮਈ ਦੇ ਵਿੱਚ ਉਹ ਡਰਾ ਨਿਕਲਣ ਦੀ ਸੰਭਾਵਨਾ ਹੈ? ਬਿਲਕੁਲ ਹੈਗੀ ਹੈ ਤਰਨ ਜੀ, ਬਿਕੋਜ਼ ਐਪਲੀਕੇਸ਼ਨ ਇਮੀਗ੍ਰੇਸ਼ਨ ਦੇ ਅਸੀਂ ਜਿੰਨੇ ਵੀ ਡਰਾਜ਼ ਦੀ ਗੱਲ ਕਰ ਲਈਏ, ਪੀਐਨਪੀਜ਼ ਦੀ ਗੱਲ ਕਰ ਲਈਏ, ਸੀਸੀ ਦੀ ਗੱਲ ਕਰ ਲਈਏ, ਡਰਾਜ਼ ਉਸੇ ਤਰ੍ਹਾਂ ਕੰਟੀਨਿਊ ਹੋ ਰਹੇ ਨੇ। ਸੋ ਵੀ ਆਰ ਸਟਿਲ ਐਕਸਪੈਕਟਿੰਗ ਐਂਡ ਵੀ ਆਰ ਹੋਪਫੁਲ ਕਿ ਮਈ ਦੇ ਵਿੱਚ ਡਰਾਜ਼ ਸਕਿਲਡ ਕੈਟਾਗਰੀ ਦਾ ਜ਼ਰੂਰ ਨਿਕਲੇਗਾ ਐਂਡ ਜੇ ਨਹੀਂ ਮਈ ਦੇ ਵਿੱਚ ਨਿਕਲਦਾ ਤਾਂ ਇਟ ਮਾਈਟ ਬੀ ਡਿਲੇਡ ਬਾਈ ਅ ਕਪਲ ਆਫ ਵੀਕਸ, ਦੈਟ ਇਜ਼ ਅਬਾਊਟ ਇਟ, ਬਟ ਅਦਰਵਾਈਜ਼ we are expecting a draw to come out for this category। ਸਰ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਜਿਹੜੇ ਹੁਣ ਐਕਸਪੀਰੀਅੰਸ ਕਲਾਸ ਕੈਨੇਡੀਅਨ ਐਕਸਪੀਰੀਅੰਸ ਦੇ ਹੀ ਜ਼ਿਆਦਾ ਡਰਾਜ਼ ਨਿਕਲ ਰਹੇ ਨੇ, ਤੁਹਾਨੂੰ ਲੱਗ ਰਿਹਾ ਕਿ ਇਹਦੇ ਨਾਲ ਦੂਜਿਆਂ ਦੇ ਉੱਤੇ ਵੀ ਇਫੈਕਟ ਪਏਗਾ ਜਿਹੜੇ ਆਊਟ ਆਫ ਕੈਨੇਡਾ ਜਿਨ੍ਹਾਂ ਨੇ ਪੀਆਰਸ ਦੇ ਲਈ ਅਪਲਾਈ ਕੀਤਾ ਹੋਇਆ, ਕਿਉਂਕਿ ਪੁਆਇੰਟਸ ਆਲਰੇਡੀ ਬਹੁਤ ਨੀਚੇ ਆ ਚੁੱਕੇ ਨੇ, 455 ਤੇ ਆ ਚੁੱਕੇ, ਤੁਹਾਨੂੰ ਲੱਗਦਾ ਜਾਂ ਇਸ ਤੋਂ ਵੀ ਨੀਚੇ ਜਾਣਗੇ ਪੁਆਇੰਟਸ? ਕਰਨ ਹਾਲੇ ਵੀ ਤਕਰੀਬਨ 400 ਤੋਂ ਉੱਪਰ 66000 ਐਪਲੀਕੇਸ਼ਨਸ ਬੈਠੀਆਂ ਹਨ ਜੀ। ਸੋ ਇੱਕ ਕਾਲ ਲੱਗੀ ਫਿਰ ਅਸੀਂ ਆਪਾਂ ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਰੱਖੋ ਸਵਾਲ। ਮੈਂ ਬਿਨੀਪਿੰਗ ਤੋਂ ਬੋਲਦੀ ਹਾਂ ਕੈਨੇਡਾ ਤੋਂ ਜੀ। ਹਾਂਜੀ ਮੈਮ। ਤੇ ਮੈਂ ਪੁੱਛਣਾ ਚਾਹੁੰਦੀ ਹਾਂ, ਮੇਰੀ ਭਤੀਜੀ ਆ, ਉਹ ਫੋਰਟਸ ਮਹਾਲੀ ਹਸਪੀਟਲ 'ਚ BSc ਨਰਸ ਕਰਕੇ ਲੱਗੀ ਹੋਈ ਆ, 2 ਸਾਲ ਦਾ ਉਹਦਾ ਐਕਸਪੀਰੀਅੰਸ ਹੋ ਗਿਆ ਜੀ। ਤੇ ਕੀ ਅਸੀਂ ਕੈਨੇਡਾ ਲਈ ਉਹ ਅਪਲਾਈ ਕਰ ਸਕਦੇ ਹਾਂ ਹੁਣ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਜੇ ਇਹਨਾਂ ਦੀ ਨੀਸ ਨੇ BSc ਕੀਤਾ ਹੋਇਆ ਨਰਸਿੰਗ ਐਂਡ ਉਸ ਤੋਂ ਬਾਅਦ 2 ਸਾਲ ਦਾ ਐਕਸਪੀਰੀਅੰਸ ਹੋ ਗਿਆ, ਈਵਨ 8777 ਵੀ ਲੈ ਲੈਣਗੇ ਤੇ ਸ਼ੀ ਵਿਲ ਲੈਂਡ ਐਟ ਅਰਾਊਂਡ 425 ਪੁਆਇੰਟਸ। 425 ਪੁਆਇੰਟਸ ਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਆਊਟਸਾਈਡ ਬੈਠੇ ਹੋਏ ਐਪਲੀਕੈਂਟ ਦੀ ਐਪਲੀਕੇਸ਼ਨ ਪਿਕ ਹੋਣ ਦੇ ਚਾਂਸਸ ਘੱਟ ਹੈਗੇ ਨੇ ਐਂਡ ਸ਼ੀ ਵੁਡ ਨੀਡ ਅ ਜੌਬ ਆਫਰ। ਜੇ ਉਹਨਾਂ ਨੂੰ ਜੌਬ ਆਫਰ ਮਿਲ ਜਾਂਦੀ ਹੈ ਤੇ ਐਪਲੀਕੇਸ਼ਨ ਵਰਕਆਊਟ ਹੋ ਸਕਦੀ ਹੈ। ਤੀਸਰੀ ਚੀਜ਼ ਇਹਨਾਂ ਵਾਸਤੇ ਈਵਨ ਜੇ ਕੇਅਰ ਗਿਵਰ ਦੀ ਕੋਈ ਜੌਬ ਮਿਲ ਜਾਂਦੀ ਹੈ, ਹੋਮ ਸਪੋਰਟ ਵਰਕਰ ਦੀ ਮਿਲ ਜਾਂਦੀ ਹੈ, ਉਹ ਐਪਲੀਕੇਸ਼ਨ ਇਹਨਾਂ ਦੀ PR ਵਾਸਤੇ ਪ੍ਰੋਸੈਸ, ਬਿਕੋਜ਼ ਉਹਦੇ ਵਾਸਤੇ ਸ਼ੀ ਇਜ਼ ਐਨ ਐਲੀਜੀਬਲ ਕੈਂਡੀਡੇਟ, ਉਹਦੇ ਵਿੱਚ ਚਾਂਸਸ ਕਾਫੀ ਜ਼ਿਆਦਾ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਰ, ਪਲੀਜ਼ ਟੀਵੀ ਸਕਰੀਨ ਨੂੰ ਬੰਦ ਕਰਕੇ ਤੁਸੀਂ ਸਾਡੇ ਨਾਲ ਡਾਇਰੈਕਟ ਕਾਲ ਤੇ ਗੱਲ ਕਰੋ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਰੱਖੋ ਸਵਾਲ, ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਮੈਮ, ਮੇਰੇ ਹਸਬੈਂਡ ਦਾ PR ਕੇਸ ਆ, ਮੈਂ ਹਸਬੈਂਡ ਨੂੰ ਸਪਾਂਸਰ ਕੀਤਾ ਸੀਗਾ, ਆਲਰੇਡੀ 2 ਸਾਲ ਹੋ ਗਏ ਸਾਡੇ ਸਪਾਂਸਰਸ਼ਿਪ ਕੇ ਭੇਜੇ ਨੂੰ, ਤੇ ਉਹਨਾਂ ਦਾ ਮੈਡੀਕਲ ਪਹਿਲਾਂ ਐਕਸਪਾਇਰ ਹੋ ਗਿਆ ਸੀ। ਮੇਰੇ ਹਸਬੈਂਡ ਨੇ ਟਰੈਵਲਿੰਗ ਥੋੜੀ ਜ਼ਿਆਦਾ ਕੀਤੀ ਸੀ, ਉਹਨਾਂ ਕਰਕੇ ਉਹਨਾਂ ਨੇ ਪੇਪਰ ਮੰਗੇ ਸੀ ਟਰੈਵਲਿੰਗ ਹਿਸਟਰੀ ਦੇ ਪਹਿਲਾਂ, ਤੇ ਫਿਰ ਉਹਨਾਂ ਨੇ ਮੈਡੀਕਲ ਮੰਗਿਆ ਸੀ, ਮੈਡੀਕਲ ਆਲਰੇਡੀ ਐਕਸਪਾਇਰ ਹੋ ਚੁੱਕਿਆ। ਹੁਣ ਉਹਨਾਂ ਨੇ ਮੈਡੀਕਲ ਰਿਕੁਐਸਟ ਫੇਰ ਆਈ ਸੀ ਤੇ 3 ਮਹੀਨੇ ਹੋ ਗਏ ਸਾਡੇ ਮੈਡੀਕਲ ਕਰਵਾਏ ਨੂੰ, ਇਸ ਤੋਂ ਬਾਅਦ ਕੋਈ ਅਪਡੇਟ ਨਹੀਂ ਪਾਈ ਉਹਨਾਂ ਨੇ ਜੀ। ਤੇ ਮੈਂ ਜੀ ਪੁੱਛਣਾ ਸੀ। ਹਾਂਜੀ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਸਪਾਊਸਲ ਐਪਲੀਕੇਸ਼ਨਸ ਉਸੇ ਤਰ੍ਹਾਂ ਹੀ ਪ੍ਰੋਸੈਸ ਹੋ ਰਹੀਆਂ ਹੈਗੀਆਂ, ਬਿਕੋਜ਼ ਜਿਹੜੀਆਂ ਐਪਲੀਕੇਸ਼ਨਸ ਠੀਕ ਤਰ੍ਹਾਂ ਲੱਗਦੀਆਂ ਇਨ ਫਸਟ ਇਨਸਟੈਂਸ ਅਸੀਂ ਨਾਰਮਲੀ ਦੇਖਦੇ ਹਾਂ, ਅਸੀਂ ਆਫੀਸ਼ੀਅਲ ਟਾਈਮ ਜਿਹੜਾ ਹੈਗਾ 1 ਸਾਲ ਦਾ ਹੈਗਾ, ਬਟ ਅਸੀਂ ਦੇਖ ਰਹੇ ਹਾਂ ਕਿ ਈਵਨ 3 ਤੋਂ 6 ਮਹੀਨਿਆਂ ਦੇ ਵਿੱਚ ਵੀ ਐਪਲੀਕੇਸ਼ਨ ਸਪਾਊਸਲ ਪ੍ਰੋਸੈਸ ਹੋਈਆਂ, ਪ੍ਰੋਵਾਈਡਡ ਇਟ ਇਜ਼ ਡਨ ਰਾਈਟ ਇਨ ਦਾ ਫਸਟ ਇਨਸਟੈਂਸ। ਐਂਡ ਆਫੀਸਰ ਸਪਾਊਸਲ ਐਪਲੀਕੇਸ਼ਨਸ ਦੇ ਵਿੱਚ ਦੇਖਣਾ ਕੀ ਚਾਹੁੰਦਾ ਕਿ ਤੁਹਾਡਾ ਰਿਲੇਸ਼ਨਸ਼ਿਪ ਜੈਨੂਇਨ ਹੈਗਾ ਜਾਂ ਨਹੀਂ ਹੈਗਾ। ਜੇ ਸਪੋਰਟਿੰਗ ਐਵੀਡੈਂਸਿਸ ਡਾਕੂਮੈਂਟੇਸ਼ਨ ਤੁਸੀਂ ਉਸ ਤਰ੍ਹਾਂ ਪ੍ਰੋਵਾਈਡ ਕਰਦੇ ਹੋ, ਆਪਣੀ ਜੈਨੂਇਨਨੈਸ ਆਫ ਰਿਲੇਸ਼ਨਸ਼ਿਪ ਦਿਖਾਉਂਦੇ ਹੋ, ਤੇ ਤੁਹਾਡੀ ਐਪਲੀਕੇਸ਼ਨ ਨਾਰਮਲੀ 3 ਤੋਂ 6 ਮਹੀਨਿਆਂ ਦੇ ਵਿੱਚ ਵੀ ਪ੍ਰੋਸੈਸ ਹੁੰਦੀ ਦੇਖੀਏ। 2 ਸਾਲ ਇਜ਼ ਸਮਥਿੰਗ ਅਬਨੋਰਮਲ, ਮੇਬੀ देयर वाज ਸਮ ਕੰਪਲਿਕੇਸ਼ਨ ਇਨ ਅ ਫਾਈਲ। ਹੁਣ ਜਿਸ ਤਰ੍ਹਾਂ ਮੈਡੀਕਲ ਸੈਕੰਡ ਟਾਈਮ ਹੋ ਚੁੱਕਾ, ਸੋ ਇਟ ਇਜ਼ ਵੈਰੀ ਕਲੋਜ਼ ਟੂ ਗੈਟਿੰਗ ਪ੍ਰੋਸੈਸ, ਤੇ ਹੁਣ ਵੀਜ਼ਾ ਸਟੈਂਪਿੰਗ ਦੀ ਹੀ ਵੇਟ। ਜੀ ਬਿਲਕੁਲ ਸਰ, ਸਾਨੂੰ ਇੱਕ ਦਰਸ਼ਕ ਨੇ ਸਾਨੂੰ ਫੇਸਬੁੱਕ ਤੇ ਕਮੈਂਟ ਕੀਤਾ ਤੇ ਉਹ ਪੁੱਛਣਾ ਚਾਹੁੰਦੇ ਨੇ ਕਿ USA ਮੈਡੀਕਲ ਕਿੰਨੀ ਦੇਰ ਬਾਅਦ ਜਿਹੜਾ ਐਕਸਪਾਇਰ ਹੋ ਜਾਂਦਾ? K1 ਵੀਜ਼ਾ ਉਹਨਾਂ ਨੂੰ ਇਸ਼ੂ ਹੋ ਚੁੱਕਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਮੈਡੀਕਲ ਦੀ ਗੱਲ ਹੋ ਰਹੀ ਹੈ ਕਿ ਕਦ ਤੱਕ ਉਹ ਐਕਸਪਾਇਰ ਹੋ ਸਕਦਾ ਆ? ਤੁਸੀਂ US ਐਪਲੀਕੇਸ਼ਨ US ਵੀਜ਼ਾ ਦੀ ਗੱਲ ਕਰ ਰਹੇ ਹੋ? ਜੀ ਬਿਲਕੁਲ, ਉਹਨਾਂ ਦੇ ਲਈ ਮੈਡੀਕਲ ਕਦੋਂ ਤੱਕ ਜਿਹੜਾ US ਲਈ ਜਿਹੜਾ ਮੈਡੀਕਲ ਕਰਵਾਉਂਦੇ ਆ ਉਹ ਕਦੋਂ ਤੱਕ ਐਕਸਪਾਇਰ ਹੋ ਸਕਦਾ? ਐਕਸਪਾਇਰ Taran, we are not authorized persons to talk about US immigration. ਅਸੀਂ Indian immigration ਦੀ ਗੱਲ ਕਰ ਰਹੇ ਹਾਂ। ਸ਼ੋਰ ਸਰ। ਤੇ ਸਰ ਹੁਣ ਜਿਵੇਂ ਮੈਂ ਗੱਲ ਕਰ ਰਹੀ ਸੀ, ਜਿਹੜੇ ਕਿ ਇਸ ਵਕਤ 455 ਤੇ ਪੁਆਇੰਟਸ ਆ ਚੁੱਕੇ ਨੇ, ਤਾਂ ਉਹਨਾਂ ਪੁਆਇੰਟਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਹੋਰ ਵੀ ਪੁਆਇੰਟਸ ਘਟਣ ਦੀ ਚਾਂਸਸ ਹੈਗੇ ਆ? ਕਿਉਂਕਿ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਕੈਨੇਡੀਅਨ ਐਕਸਪੀਰੀਅੰਸ ਦੇ ਵਿੱਚ ਹੀ ਕਾਫੀ ਤੁਸੀਂ ਦੱਸਿਆ ਸੀ ਕਿ ਐਪਲੀਕੇਸ਼ਨਸ ਹਜੇ ਵੀ ਜਿਹੜੀਆਂ 400 ਤੋਂ ਅਬਵ ਪਈਆਂ ਨੇ।
ਤਰਨ ਮੈਂ ਇੱਥੇ ਇੱਕ ਚੀਜ਼ ਜ਼ਰੂਰ ਐਡ ਕਰਾਂਗਾ, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਜਾਂ ਜਿੰਨੇ ਵੀ ਫੋਰਨ ਵਰਕਰਸ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨੂੰ ਹਮੇਸ਼ਾ ਇੱਕ ਚੀਜ਼ ਬੜੀ ਇੰਪੋਰਟੈਂਟ ਐਂਡ ਕੈਟੇਗਰੀਕਲੀ ਕਹਿਣਾ ਚਾਹਾਂਗੇ ਕਿ ਆਪਣਾ ਪ੍ਰੋਫਾਈਲ ਪ੍ਰੋਫੈਸ਼ਨਲੀ ਕ੍ਰੀਏਟ ਜ਼ਰੂਰ ਕਰੋ। ਜੇ ਤੁਸੀਂ ਐਲੀਜੀਬਲ ਹੈਗੇ ਹੋ ਉਸ ਐਪਲੀਕੇਸ਼ਨ ਨੂੰ ਪ੍ਰੋਫੈਸ਼ਨਲੀ ਕ੍ਰੀਏਟ ਕਰਨ ਨੂੰ, ਡੂ ਇਟ ਦੈਟ ਵੇ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ। ਬਿਕੋਜ਼ ਅਸੀਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹੋ ਜਿਹੇ ਵੀ ਐਪਲੀਕੇਸ਼ਨਸ ਕੀਤੀਆਂ, ਪ੍ਰੋਫਾਈਲ ਕ੍ਰੀਏਟ ਕੀਤੇ ਜਿਹੜੀ ਪਹਿਲੇ ਕ੍ਰੈਡਿਟ ਸੀਗਾ, ਬਟ ਉਹਦੇ ਪੁਆਇੰਟਸ ਦੇ ਵਿੱਚ 8 ਤੋਂ 10 ਪੁਆਇੰਟਸ ਦਾ ਫਰਕ ਪੈ ਗਿਆ। ਇਹ ਨਹੀਂ ਕਿ ਵੀ ਹੈਵ ਸਮ ਮੈਜਿਕ ਵੈਂਡ ਦੇ ਸਾਡੇ ਕੋਲ ਆਓਗੇ ਜਾਂ ਕਿਸੇ ਕੰਸਲਟੈਂਟ ਲਾਇਰ ਕੋਲ ਜਾਓਗੇ ਤਾਂ ਫਰਕ ਪੈ ਜਾਏਗਾ, ਬਟ ਇਟ ਆਲਵੇਜ਼ ਮੇਕਸ ਸਮ ਡਿਫਰੈਂਸ। ਅਸੀਂ ਤੁਹਾਨੂੰ ਜ਼ਰੂਰ ਸੁਜੈਸਟ ਕਰ ਸਕਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਪੁਆਇੰਟਸ ਵੱਧ ਸਕਦੇ ਨੇ। Second of all, once it is done right, it will help you eventually. And third of all, ਜਿਹੜੇ ਇਸ circumstances ਦੇ ਅੰਦਰ 455 ਦੇ ਪੁਆਇੰਟਸ ਥੱਲੇ ਜਾਣ ਦੀ ਉਮੀਦ ਕਾਫੀ ਜ਼ਿਆਦਾ ਹੈਗੀ ਹੈ, ਖਾਸ ਇੰਡੀਅਨ ਐਕਸਪੀਰੀਅੰਸ ਕਲਾਸ ਵਿੱਚ। ਬਟ ਜਿਹੜੇ ਐਪਲੀਕੈਂਟਸ ਬਾਹਰ ਬੈਠੇ ਹੋਏ ਨੇ ਉਹ 470 ਤੋਂ ਉੱਪਰ ਹੀ ਪਿਕ ਹੋਣਗੇ। ਸੋ ਜਿੰਨੇ ਵੀ ਐਪਲੀਕੈਂਟਸ ਅੱਜ ਦੀ ਤਰੀਕ ਦੇ ਵਿੱਚ ਇੰਡੀਆ, ਪਾਕਿਸਤਾਨ, ਮਿਡਲ ਈਸਟ, ਯੂਐਸ ਤੋਂ, ਬਿਕੋਜ਼ ਯੂਐਸ ਤੋਂ ਵੀ ਹੁਣ ਬਹੁਤ ਸਾਰੇ ਐਪਲੀਕੈਂਟਸ ਦੇ ਵੁੱਡ ਲਾਈਕ ਟੂ ਮੂਵ ਆਊਟ, ਬਿਕੋਜ਼ ਉੱਥੇ ਅਨਸਰਟਨਟੀ ਹੋਰ ਵੱਧਦੀ ਜਾ ਰਹੀ ਹੈ। ਐਂਡ ਪ੍ਰੈਜ਼ੀਡੈਂਟ ਟਵੀਟ ਦਾ ਇਹ ਮਤਲਬ ਹੁੰਦਾ ਕਿ ਉਹ he is portraying what he is going to do in the coming few days. So ਇੱਕੋ ਹੀ ਚੀਜ਼, ਆਪਣੇ ਫਿਊਚਰ ਨੂੰ ਲੈ ਕੇ ਆਪਣੇ ਆਪ ਅੱਛੀ ਤਰ੍ਹਾਂ ਡਿਸੀਜਨ ਲਓ। ਅੱਜ ਦੀ ਤਰੀਕ ਦੇ ਵਿੱਚ ਇਹ ਟਾਈਮ ਜਿਹੜਾ ਸਰਕਮਸਟੈਂਸਸ ਬਣੇ ਹੋਏ ਨੇ, ਇਹਨੂੰ ਪੋਜ਼ਿਟਿਵਲੀ ਲਓ। ਸਪੈਂਡ ਦਿਸ ਟਾਈਮ ਔਨ yourself, on improving your skills। ਮੈਂ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਸਟੂਡੈਂਟਸ ਆ ਕੇ ਕਹਿੰਦੇ ਸੀ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਜੀ ਆਈਲੈਟ ਦੀ ਤਿਆਰੀ ਕਰਨ ਵਾਸਤੇ, ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਕੁਝ ਹੋਰ ਕਰਨ ਵਾਸਤੇ। ਅੱਜ ਦੀ ਤਰੀਕ ਦੇ ਵਿੱਚ ਕੰਸੀਡਰ ਇਟ ਐਜ਼ ਅ ਬੂਨ, ਇਹ ਤੁਹਾਨੂੰ ਇੱਕ ਵਰਦਾਨ ਮਿਲਿਆ ਹੋਇਆ ਹੈ। ਇਸ ਟਾਈਮ ਨੂੰ ਕੰਸਟਰਕਟਿਵਲੀ ਯੂਜ਼ ਕਰੋ in improving your skills। ਭਾਵੇਂ ਉਹ ਸਕਿੱਲਸ ਤੁਹਾਡੇ ਰਾਈਟਿੰਗ ਦੇ ਹੈਗੇ ਨੇ, ਰੀਡਿੰਗ ਦੇ ਹੈਗੇ ਨੇ, ਲਿਸਨਿੰਗ ਦੇ ਹੈਗੇ ਨੇ, ਸਪੀਕਿੰਗ ਦੇ ਹੈਗੇ ਨੇ। ਸਪੀਕ ਆਊਟ ਲਾਊਡ ਟੂ ਯੋਰਸੈਲਫ। ਮੈਂ ਦੋ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਰਿਕਮੈਂਡ ਕਰਦਾ। ਇੱਕ ਤਾਂ ਕਹਿੰਦਾ ਜੀ ਨਿਊਜ਼ਪੇਪਰ ਰੀਡ ਜ਼ਰੂਰ ਕਰੋ। ਨਿਊਜ਼ਪੇਪਰ ਰੀਡ ਕਰਨ ਐਂਡ ਰੀਡ ਇਟ ਆਊਟ ਲਾਊਡ ਟੂ ਯੋਰਸੈਲਫ, ਯਾਨੀ ਕਿ ਮਨ ਦੇ ਵਿੱਚ ਪੜ੍ਹਨਾ ਨਿਊਜ਼ਪੇਪਰ। ਜਦੋਂ ਤੁਸੀਂ ਉੱਚੀ ਉੱਚੀ ਬੋਲਦੇ ਹੈਗੇ ਬਣਾਓ, ਉਹ ਤੁਸੀਂ ਆਪਣੀ ਵੋਕੈਬਲਰੀ ਵੀ ਇੰਪਰੂਵ ਕਰ ਰਹੇ ਹੋ ਫॉर योर ਰਾਈਟਿੰਗ। ਇੱਕ ਚੀਜ਼ ਅੱਧਾ ਘੰਟਾ ਬੈਠ ਕੇ ਇੰਗਲਿਸ਼ ਨਿਊਜ਼ ਕੋਈ ਜਾਂ ਇੰਗਲਿਸ਼ ਮੂਵੀ ਜਾਂ ਵਾਟਐਵਰ ਯੂ ਵਾਂਟ ਟੂ ਡੂ, ਕੋਈ ਸੀਰੀਅਲ ਜ਼ਰੂਰ ਦੇਖੋ, ਉਹਦੇ ਨਾਲ ਤੁਹਾਡੀ ਲਿਸਨਿੰਗ ਸਕਿੱਲਸ ਇੰਪਰੂਵ ਹੋਣਗੀਆਂ। ਵੈਸੇ ਕਦੋਂ ਤੱਕ ਚਾਂਸਸ ਹੈਗੇ ਆ ਕਿ ਆਇਲਸ ਦੇ ਐਗਜ਼ਾਮਸ ਜਿਹੜੇ ਆ ਹੁਣ ਮੁੜ ਤੋਂ ਜਿਹੜੇ ਆ ਓਪਨ ਹੋ ਸਕਦੇ ਆ, ਕਦੋਂ ਤੱਕ ਕੋਈ ਆਈਡੀਆ ਹੈ? ਹੁਣ ਜਿਸ ਤਰ੍ਹਾਂ ਲਾਕਡਾਊਨ ਖੁੱਲੇਗਾ ਤਾਂ ਉਸੇ ਤਰ੍ਹਾਂ ਤੇ ਹੋਪਫੁਲੀ ਇਨ ਮਈ ਦੇ ਵਿੱਚ ਤਾਂ ਨਹੀਂ, ਬਟ ਜੂਨ ਦੇ ਵਿੱਚ ਵੀ ਆਰ ਐਕਸਪੈਕਟਿੰਗ ਕਿ ਥਿੰਗਸ ਸ਼ੁੱਡ ਬੀ। ਸਰ ਹੁਣ ਜੇ ਸਟੱਡੀ ਵੀਜ਼ਾ ਵਾਲਿਆਂ ਦੀ ਗੱਲ ਕਰੀਏ, ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਸੀ ਤੇ ਉਹਨਾਂ ਦਾ ਅਪਰੂਵ ਹੋ ਚੁੱਕਿਆ, ਨੈਕਸਟ ਇਨਟੇਕ ਲਈ ਆਉਣਾ ਚਾਹੁੰਦੇ ਨੇ, ਕੀ ਕੋਈ ਹੈ ਕਿ ਉਹ ਆ ਸਕਦੇ ਨੇ ਜਾਂ ਫਿਰ ਉਹਨਾਂ ਨੂੰ ਬੈਕ ਹੋਮ ਤੋਂ ਹੀ ਆਪਣਾ ਜਿਹੜਾ ਸਟੱਡੀ ਕਰਨੀ ਪਏਗੀ, ਜਾਂ ਉਹਨਾਂ ਨੂੰ ਕੋਈ ਐਕਸਟੈਂਸ਼ਨ ਮਿਲੇਗੀ ਕਿ ਉਸ ਤੋਂ ਨੈਕਸਟ ਦੇ ਵਿੱਚ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ ਜਾਏਗਾ? ਤਰਨ ਹਾਲੇ ਦਿਸ ਇਜ਼ ਹਾਲੇ ਡਿਸੀਜਨ ਇਜ਼ ਯੈਟ ਟੂ ਬੀ ਮੇਡ ਔਨ ਆਲ ਥੀਸ ਥਿੰਗਸ, ਬਟ ਐਕਸਪੈਕਟਡ ਇਹੀ ਹੈਗਾ ਕਿ ਇਹ ਬੱਚੇ ਡੈਫਰ ਹੋ ਜਾਣਗੇ ਸੈਪਟੈਂਬਰ ਦੇ ਵਿੱਚ, ਐਂਡ ਸੈਪਟੈਂਬਰ ਵਾਲੇ ਬੱਚੇ ਵੁੱਡ ਬੀ ਫਰਦਰ ਡੈਫਰ ਟੂ ਡਿਸੈਂਬਰ। ਸੋ ਆਹ ਚੇਂਜਸ ਤਾਂ ਆਉਣ ਦੀਆਂ ਉਮੀਦ ਹੈਗੀਆਂ। ਐਂਡ ਇੱਕੋ ਹੀ ਚੀਜ਼ ਕਵਾਂਗਾ ਕਿ ਹਾਫ ਗਲਾਸ ਫੁੱਲ ਨੂੰ ਦੇਖੋ, ਹਾਫ ਗਲਾਸ ਐਮਟੀ ਨੂੰ ਨਾ ਦੇਖੋ। ਸੋ ਥਿੰਕ ਵਾਟ ਯੂ ਹੈਵ ਇਨ ਹੈਂਡ ਐਂਡ ਕੰਸਟਰਕਟਿਵਲੀ। ਜੀ ਮਨੂ ਜੀ, ਹੁਣ ਜਿਹੜੇ ਸਟੂਡੈਂਟਸ ਨੂੰ ਆਲਰੇਡੀ ਇੱਥੇ ਵਰਕ ਪਰਮਿਟ ਲਈ ਉਹਨਾਂ ਨੇ ਅਪਲਾਈ ਕੀਤਾ ਸੀ ਤੇ ਉਸ ਤੋਂ ਬਾਅਦ ਕੰਮ ਹਜੇ ਸ਼ੁਰੂ ਕੀਤਾ ਸੀ ਪਰ ਉਹਨਾਂ ਨੂੰ ਲੇ ਆਫ ਮਿਲ ਚੁੱਕੀਆਂ ਨੇ, ਵਰਕ ਪਰਮਿਟ ਤੋਂ ਬਾਅਦ ਉਹਨਾਂ ਨੂੰ ਐਕਸਪੀਰੀਅੰਸ ਸ਼ੋ ਕਰਕੇ ਅੱਗੇ ਪੀਆਰ ਪ੍ਰੋਸੈਸ ਲਈ ਵੀ ਅਪਲਾਈ ਕਰਨਾ ਆ, ਕੀ ਇਹਨਾਂ ਲੇ ਆਫ ਦਾ ਉਹਨਾਂ ਦੇ ਪ੍ਰੋਸੈਸ ਦੇ ਉੱਤੇ ਕੋਈ ਅਸਰ ਪਏਗਾ? ਬਿਲਕੁਲ ਪਏਗਾ ਤਰਨ, ਜਿਸ ਤਰ੍ਹਾਂ ਆਹ ਟਾਈਮ ਉਹਨਾਂ ਦਾ ਐਕਸਪੀਰੀਅੰਸ ਦੇ ਵਿੱਚ ਕਾਊਂਟ ਨਹੀਂ ਹੋਏਗਾ। ਸੋ ਦੇ ਵਿਲ ਹੈਵ ਦੇयर ਐਕਸਟਰਾ ਟਾਈਮ। ਸੋ ਜਿਹੜਾ ਲਾਕਡਾਊਨ ਮਹੀਨਾ 2 ਮਹੀਨੇ ਹੋਰ ਚੱਲ ਜਾਂਦਾ ਹੈਗਾ, ਸੋ ਦੈਟ ਮੀਨਸ ਇੰਨਾ ਟਾਈਮ ਉਹਨਾਂ ਦੇ ਪੋਸਟ ਗ੍ਰੈਡ ਵਰਕ ਪਰਮਿਟ ਦੇ ਵਿੱਚੋਂ ਨਿਕਲ ਜਾਏਗਾ। ਸੋ ਦੇ ਹੈਵ ਟੂ, ਐਂਡ ਇਹੋ ਜਿਹੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਦਾ 1.5 ਸਾਲ ਰਹਿ ਗਿਆ, 1.25 ਸਾਲ ਰਹਿ ਗਿਆ ਜਾਂ 2 ਸਾਲ ਰਹਿ ਗਏ ਨੇ। they have to work constructively and they have to see ਕਿ ਕਿਹੜਾ PNP ਉਹਨਾਂ ਵਾਸਤੇ ਬੈਸਟ ਵਰਕ ਕਰੇਗਾ। ਉਹ ਆਪਣਾ ਸਕਿੱਲਸ ਇੰਪਰੂਵ ਕਰਕੇ ਆਪਣਾ ਸਕੋਰ ਵਧਾ ਸਕਦੇ ਨੇ। ਜੇ ਤੇ ਉਹਨਾਂ ਨੂੰ ਲੱਗਦਾ ਕਿ ਇੱਥੇ ਮੈਨੂੰ ਮੇਰਾ EMPLOYER ਜੌਬ ਆਫਰ ਦੇਗਾ ਤੇ ਭਾਵੇਂ ਲੇ ਆਫ ਹੈਗਾ, ਬਟ ਕੱਲ ਨੂੰ ਹਾਲਾਤ 2 ਮਹੀਨੇ ਬਾਅਦ ਦੇ ਵਿਲ ਬੀ ਐਂਟਾਇਰਲੀ ਡਿਫਰੈਂਟ। ਸੋ ਜੇ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਰਿਲੇਸ਼ਨਸ਼ਿਪ EMPLOYER ਇਸ ਤਰ੍ਹਾਂ ਦੀ ਹੈਗੀ ਕਿ ਜੌਬ ਆਫਰ ਮਿਲਣ ਦੇ ਚਾਂਸਸ ਹੈਗੇ ਨੇ, ਤੇ ਮੈਂ ਬੱਚਿਆਂ ਨੂੰ ਕਹੂੰਗਾ ਕਿ ਇਹ ਰਹਿ ਕੇ ਆਪਣੇ ਪੁਆਇੰਟਸ ਇੰਪਰੂਵ ਕਰਨ ਦੇ ਪੋਜੀਸ਼ਨ ਦੇ ਵਿੱਚ ਜਾਓ। ਐਂਡ ਜੇ ਤੁਹਾਨੂੰ ਲੱਗਦਾ ਹੈ ਜੇ ਇੱਥੇ ਪੁਆਇੰਟਸ ਨਹੀਂ ਬਦਲ ਗਏ, ਇੱਥੇ EMPLOYER ਨੂੰ ਜੌਬ ਆਫਰ ਨਹੀਂ ਮਿਲੇਗਾ
ਐਂਡ 8777 ਦੇ ਵੀ ਉਹ ਨੇੜੇ ਨਹੀਂ ਹੈਗੇ, ਦੇ ਹੈਵ ਟੂ ਮੂਵ ਟੂ ਅਦਰ ਪ੍ਰੋਵਿੰਸਸ ਜਿੱਥੇ ਆਪਸ਼ਨ ਉਹਨਾਂ ਵਾਸਤੇ ਵਰਕ ਹੋ ਸਕਣਗੇ। ਐਂਡ ਮੈਂ ਖਾਸ ਕਰ 3 ਪ੍ਰੋਵਿੰਸਸ ਦਾ ਅਟਲਾਂਟਿਕ ਦੇ ਵਿੱਚ ਜ਼ਰੂਰ ਨਾਮ ਲਵਾਂਗਾ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ। ਪ੍ਰਿੰਸ ਐਡਵਰਡ ਆਇਲੈਂਡ ਦਾ ਮੈਂ ਨਾਮ ਨਹੀਂ ਲਵਾਂਗਾ, ਉਹਦਾ ਰੀਜ਼ਨ ਹੈਗਾ ਕਿ ਬਹੁਤ ਸਾਰੇ ਸਟੂਡੈਂਟਸ ਪਹਿਲੇ ਹੀ ਮੂਵ ਪੀਆਈ ਦੇ ਵਿੱਚ ਹੋਏ ਐਂਡ ਬਹੁਤ ਸਾਰੇ ਬੱਚੇ ਇਹ ਸੋਚ ਕੇ ਗਏ ਹੋਏ ਹੈ ਕਿ ਸਾਡੀ ਜੌਬ ਐਪਲੀਕੇਸ਼ਨ ਪਿਕ ਹੋ ਜਾਏਗੀ ਐਂਡ ਇੱਕੋ ਹੀ ਚੀਜ਼ ਕਿ ਐਪਲੀਕੇਸ਼ਨ ਦਾ ਪਿਕ ਹੋਏਗੀ ਬਟ ਉੱਥੇ ਕੋਟਾ ਤਾਂ 750 ਐਪਲੀਕੇਸ਼ਨ ਦਾ ਪੂਰੇ ਸਾਲ ਦਾ ਹੈਗਾ ਤੇ ਤੁਹਾਡੇ ਚਾਂਸਸ ਕੀ ਹੈਗੇ ਪਰਮਿਟੇਸ਼ਨ ਕੰਬੀਨੇਸ਼ਨ ਤੁਸੀਂ ਆਪ ਵਰਕਆਊਟ ਕਰਨਾ। ਨੋਵਾ ਸਕੋਸ਼ੀਆ, ਨਿਊ ਫਾਊਂਡਲੈਂਡ, ਲੈਬਰਾਡੋਰ, ਨਿਊ ਬ੍ਰਾਂਸਵਿਕ ਦੇ ਵਿੱਚ ਤੁਹਾਡੇ ਕੋਲ ਜੇ ਤੁਸੀਂ ਕੰਮ ਕਰ ਲੈਂਦੇ ਹੋ 1 ਸਾਲ 9 ਦੇ ਵਿੱਚ ਸਟ੍ਰੇਟ ਅਵੇ ਪੀਐਨਪੀ ਦੀ ਐਪਲੀਕੇਸ਼ਨ ਤੁਹਾਡੀ ਲੱਗ ਸਕਦੀ ਹੈ ਐਂਡ ਆਈਸੀਸੀ ਦੇ ਕੋਲ ਕੁਝ ਓਪਨਿੰਗਸ ਇਹੋ ਜਿਹੀਆਂ 9 ਦੀਆਂ ਵੀ ਅਵੇਲੇਬਲ ਹੈਗੀਆਂ। ਅਸੀਂ ਕਹਿੰਦੇ ਹਾਂ ਕਿ ਆਪਣੇ ਸੀਵੀਜ਼ ਆ ਕੇ ਸਾਡੇ ਨਾਲ ਸ਼ੇਅਰ ਕਰੋ, ਵੀ ਅਸੀਂ ਤੁਹਾਡੀ ਇੰਟਰਵਿਊ ਕਰਵਾਵਾਂਗੇ ਐਂਡ ਇਫ ਯੂ ਗੈਟ ਸਿਲੈਕਟਡ ਗੋ ਐਂਡ ਵਰਕ ਫॉर ਦੋਸ EMPLOYERS। 1 ਸਾਲ ਦੇ ਬਾਅਦ ਪੀਆਰ ਵਾਸਤੇ ਐਲੀਜੀਬਲ ਹੋ ਜਾਓ। ਇਨਫੋਰਮੇਸ਼ਨ ਲੈਣ ਵਾਸਤੇ ਆਰਡੀਐਮਡੀ ਆਈਸੀਸੀ ਇਮੀਗ੍ਰੇਸ਼ਨ ਦਾ ਹੇਠ ਲਿਖੇ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਈਵਨ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਸਾਡੇ ਨਾਲ ਵੀਡੀਓ ਕਾਨਫਰੰਸਿੰਗ ਜਾਂ ਫੋਨਸ ਜਾਂ ਈਮੇਲ ਦੇ ਥਰੂ ਗੱਲਬਾਤ ਵੀ ਕਰ ਸਕਦੇ ਹੋ। ਮਨੂ ਜੀ ਤੁਸੀਂ ਪੀਐਨਪੀ ਦੀ ਗੱਲ ਕਰਾਂ, ਤੁਸੀਂ ਐਟਲਾਂਟਿਕ ਪ੍ਰੋਗਰਾਮ ਦੇ ਬਾਰੇ ਵੀ ਦੱਸਿਆ, ਜਾਣਕਾਰੀ ਦਿੱਤੀ, ਬਟ ਅਜੇ ਵੀ ਬਹੁਤ ਸਾਰੇ ਸਟੂਡੈਂਟਸ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਓਨਟਾਰੀਓ ਵਿੱਚ ਵੱਡੀ ਗਿਣਤੀ ਵਿੱਚ ਸਟੂਡੈਂਟਸ ਜਿਹੜੇ ਇੱਥੇ ਰਿਲਾਈ ਕਰ ਰਹੇ ਨੇ। ਓਨਟਾਰੀਓ ਪੀਐਨਪੀ ਦੀ ਗੱਲ ਕਰੀਏ ਤਾਂ ਓਨਟਾਰੀਓ ਪੀਐਨਪੀ ਦੇ ਉੱਤੇ ਅਜੇ ਵੀ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇਹ ਉਮੀਦਾਂ ਲਾਈ ਬੈਠੇ ਨੇ ਕਿ ਸਕੋਰਸ ਕੱਟਣਗੇ ਜਾਂ ਉਹ ਓਨਟਾਰੀਓ ਪੀਐਨਪੀ ਦੇ ਅੰਡਰ ਜਿਹੜਾ ਆਪਣੇ ਪ੍ਰੋਸੈਸ ਨੂੰ ਅਪਲਾਈ ਕਰਨਗੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? They have to plan their future very well because ਬਹੁਤ ਸਾਰੇ ਉਹਦੇ ਮਾਪਿਓ ਦੇ ਹਾਰਡ ਅਰਨਡ ਮਨੀ ਉਹਨਾਂ ਦੀ ਲੱਗ ਚੁੱਕੀ ਹੈ, ਉਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈ ਕੀਤੀ, ਜੌਬ ਕੀਤੀ ਤੇ ਮੈਂ ਕਹੂੰਗਾ ਕਿ ਭਾਈ ਪਲਾਨ ਯੋਰ ਫਿਊਚਰ। ਕਿਸੇ ਕੰਸਲਟੈਂਟ ਲਾਇਰ ਦੀ ਨਾਲ ਕੋਲ ਬੈਠ ਕੇ ਡਿਸਕਸ ਜ਼ਰੂਰ ਕਰੋ। ਜੇ ਤੁਸੀਂ ਖੁਦ ਇੰਨੇ ਇੰਟੈਲੀਜੈਂਟ ਹੈਗੇ ਹੋ ਕਿ ਸਾਰੇ ਪ੍ਰੋਗਰਾਮਸ ਨੂੰ ਕੰਸੀਡਰ ਕਰਕੇ ਆਪਣੇ ਵਾਸਤੇ ਬੈਸਟ ਪ੍ਰੋਗਰਾਮ ਕਰ ਸਕਦੇ ਹੋ, ਕੱਢ ਸਕਦੇ ਹੋ ਤੇ ਡੂ ਦੈਟ ਐਂਡ ਆਪਣੀ ਸਟੱਡੀ ਜ਼ਰੂਰ ਕਰੋ ਬਟ ਬਲੌਗਸ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਨਾ ਕਰੋ। ਦੇਰ ਆਰ ਸਮ ਵੀ ਹੈਵ ਸੀਨ ਸੋ ਮੈਨੀ ਬਲੌਗ ਜਿਹੜੇ ਇੰਟਰਪ੍ਰੀਟੇਸ਼ਨ ਉਹ ਟੈਂਪਰੇਰੀ ਵਰਕਰਸ ਨੇ ਆਪਣੇ ਹਿਸਾਬ ਨਾਲ ਕੀਤੀ ਹੁੰਦੀ ਹੈ। ਤਾਂ ਆ ਕੇ ਕਿਸੇ ਕੰਸਲਟੈਂਟ ਲਾਇਰ ਨਾਲ ਗੱਲ ਜ਼ਰੂਰ ਕਰੋ, ਡਿਸਕਸ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਐਕਚੁਅਲੀ ਪਤਾ ਚੱਲੇ ਕਿ ਵੇਅਰ ਡੂ ਯੂ ਸਟੈਂਡ। ਨੇ ਆਲਰੇਡੀ ਜਿਨ੍ਹਾਂ ਦੇ ਪ੍ਰੋਸੈਸ ਲੱਗੇ ਹੋਏ ਨੇ, ਜਿਨ੍ਹਾਂ ਨੂੰ ਪੀਆਰ ਦੇ ਇਨਵੀਟੇਸ਼ਨ ਆ ਚੁੱਕੇ ਸੀ ਤੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਕਈ ਥਾਵਾਂ ਦੇ ਉੱਤੇ ਜਿਹੜੇ ਕੰਮ ਨਹੀਂ ਵੀ ਹੋ ਪਾ ਰਹੇ, ਚਾਹੇ ਮੈਡੀਕਲਸ ਹੋਣ ਚਾਹੇ ਉਹ ਬੰਦ ਹੋਏ ਨੇ। ਸੋ ਕੀ ਉਹਨਾਂ ਨੂੰ ਪ੍ਰੋਸੈਸ ਦੇ ਵਿੱਚ ਇਹਦੇ ਕਰਕੇ ਕੋਈ ਪ੍ਰੋਬਲਮ ਆਏਗੀ? ਕਿਉਂਕਿ ਅਸੀਂ ਜਾਣਦੇ ਹਾਂ ਕਿ 60 ਡੇਜ਼ ਦੇ ਵਿੱਚ ਜਿਹੜੇ ਸਬਮਿਟ ਕਰਵਾਉਣੇ ਹੁੰਦੇ ਆ ਪੇਪਰਸ, ਸੋ ਜਿਨ੍ਹਾਂ ਦੀ ਆਲਰੇਡੀ ਲਾਈਨਸ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਉਹਨਾਂ ਦੇ ਉੱਤੇ ਇਸ ਦਾ ਕੋਈ ਇਫੈਕਟ ਪਏਗਾ? ਤਰਨ ਜੀ 90 ਡੇਜ਼ ਦੀ ਐਕਸਟੈਂਸ਼ਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੇ ਆਟੋਮੈਟਿਕਲੀ ਦੇ ਦਿੱਤੀ। ਤੁਹਾਡੇ ਕੋਲ you have 90 extra days to provide your documentation. I think that is good enough time for any applicant to use. ਤੇ ਸਰ ਜਿਨ੍ਹਾਂ ਨੇ ਹੁਣ ਰਿਫਿਊਜੀ ਵਾਲਿਆਂ ਦੀ ਗੱਲ ਕਰੀਏ, ਜਿਨ੍ਹਾਂ ਨੇ ਰਿਫਿਊਜੀ ਕਲੇਮਸ ਕੀਤੇ ਸੀ, ਕਿ ਰਿਫਿਊਜੀ ਐਪਲੀਕੇਸ਼ਨਸ ਵੀ ਉਸੇ ਤਰੀਕੇ ਦੇ ਨਾਲ ਚੱਲਦੀਆਂ ਨੇ ਜਾਂ ਫਿਰ ਇਹ ਜਿਹੜੀਆਂ ਨੇ ਇਹਨਾਂ ਨੂੰ ਔਨ ਹੋਲਡ ਕਰ ਦਿੱਤਾ ਗਿਆ ਆ? ਨਹੀਂ ਜੀ, ਬਿਲਕੁਲ ਉਸੇ ਤਰ੍ਹਾਂ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ, ਉਸੇ ਤਰ੍ਹਾਂ ਤੁਸੀਂ ਆਪਣੀ ਐਪਲੀਕੇਸ਼ਨਸ ਲਗਾ ਸਕਦੇ ਹੋ ਬਟ ਤੁਹਾਨੂੰ ਕਾਲ ਕਰਕੇ ਅਪਾਇੰਟਮੈਂਟ ਲੈਣੀ ਪੈਂਦੀ ਹੈ। ਅੱਜ ਦੀ ਤਰੀਕ ਦੇ ਵਿੱਚ ਇਹ ਚੱਲ ਰਿਹਾ। ਪਹਿਲੇ ਤਾਂ ਜਾ ਕੇ ਤੁਸੀਂ ਆਫਿਸ ਦੇ ਵਿੱਚ ਬਹਿ ਜਾਂਦੇ ਸੀਗੇ ਤੇ ਤੁਹਾਨੂੰ ਨੰਬਰ ਸਿਰ ਤੁਹਾਨੂੰ ਕਾਲ ਹੋ ਜਾਂਦੀ ਸੀਗੀ। ਉਹ ਚੇਂਜਸ ਜ਼ਰੂਰ ਆਈਆਂ ਹੈਗੀਆਂ ਕਿ ਹੁਣ ਤੁਹਾਨੂੰ ਅਪਾਇੰਟਮੈਂਟ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਸਤਿ ਸ੍ਰੀ ਅਕਾਲ ਜੀ। ਮੈਂ ਕੁਐਸਚਨ ਮੇਰਾ ਇਹ ਸੀ ਕਿ ਕੈਨੇਡਾ ਤੋਂ ਸਿਟੀਜ਼ਨਸ਼ਿਪ ਵਾਲੇ ਬੰਦਿਆਂ ਨੂੰ ਅਮਰੀਕਾ ਆਉਣ ਵਾਸਤੇ ਟੋਟਲ ਕਿੰਨਾ ਟਾਈਮ ਲੱਗਦਾ ਜੀ? ਮੈਂ ਆਪਣੇ ਬੇਟੇ ਦਾ ਅਪਲਾਈ ਕੀਤਾ ਹੋਇਆ 2015 ਚ। ਸਰ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਕਿ ਉਹ ਕੈਨੇਡੀਅਨ ਸਿਟੀਜ਼ਨ ਨੇ ਤੇ ਉਹ ਅਮਰੀਕਾ ਜਾਣਾ ਚਾਹੁੰਦੇ ਨੇ, ਮੂਵ ਹੋਣਾ ਚਾਹੁੰਦੇ ਨੇ? ਹਾਂਜੀ ਹਾਂਜੀ, ਉਹਨਾਂ ਨੂੰ ਕਿੰਨਾ ਟਾਈਮ ਲੱਗਦਾ ਜੇ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ ਜੀ, ਅਸੀਂ ਯੂਐਸ ਵਾਸਤੇ ਐਸਪੀਰੇਸ਼ਨ ਨਹੀਂ ਦੇ ਸਕਦਾ ਐਂਡ ਕੈਨੇਡੀਅਨ ਇਮੀਗ੍ਰੇਸ਼ਨ ਦੇ ਅਸੀਂ ਡੀਲ ਕਰ। ਜੀ ਬਿਲਕੁਲ ਸਰ, ਹੁਣ ਜਿਨ੍ਹਾਂ ਨੇ ਆਲਰੇਡੀ ਜਿਵੇਂ ਇੱਥੇ ਵਿਜ਼ਟਰ ਬੇਸ ਤੇ ਆਏ ਹੋਏ ਸੀ, ਚਾਹੇ ਪੇਰੈਂਟਸ ਸੀ, ਜਿਵੇਂ ਸਟੂਡੈਂਟਸ ਨੇ ਆਪਣੇ ਪੇਰੈਂਟਸ ਨੂੰ ਬੁਲਾਇਆ ਸੀ ਜਾਂ ਕੋਈ ਹੋਰ ਵਿਜ਼ਟਰ ਵੀਜ਼ਾ ਦੇ ਉੱਤੇ ਆਏ ਹੋਏ ਸੀ, ਉਹਨਾਂ ਦਾ ਵਿਜ਼ਟਰ ਵੀਜ਼ਾ ਆਲਮੋਸਟ ਐਕਸਪਾਇਰ ਹੋਣ ਵਾਲਾ, ਜਾਂ ਜਿਨ੍ਹਾਂ ਨੂੰ 2 ਜਾਂ 3 ਮਹੀਨੇ ਦੀ ਸਟੇ ਮਿਲੀ ਹੁੰਦੀ ਹੈ, ਉਹ ਸਟੇ ਦਾ ਜਿਹੜਾ ਟਾਈਮ ਪੂਰਾ ਹੋਣ ਵਾਲਾ ਹੈ। ਹੁਣ ਉਹਨਾਂ ਦਾ ਕੀ ਕੀਤਾ ਜਾਏਗਾ? ਕਿਉਂਕਿ ਆਲਰੇਡੀ ਇੰਡੀਆ ਦੀ ਗੱਲ ਕਰੀਏ ਤਾਂ ਹਜੇ ਕੋਈ ਵੀ ਫਲਾਈਟਸ ਵਾਪਸ ਨਹੀਂ ਜਾ ਰਹੀਆਂ ਹੈਗੀਆਂ। ਸੋ ਕੀ ਉਹ ਆਪਣਾ ਜਿਹੜਾ ਸਟੇ ਆ ਉਸ ਨੂੰ ਫਰਦਰ ਅੱਗੇ ਐਕਸਟੈਂਡ ਕਰਵਾ ਸਕਦੇ ਨੇ? ਕੋਈ ਐਵੇਂ ਦਾ ਹੈ ਪ੍ਰੋਸੈਸ?
जी जी एक जी जी हम्म 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 जी बिल्कुल एक दर्शक साडे नाल जुड़ चुके ने, पहला उन्हां दी असीं कॉल ले लईए। हेलो हेलो हाँ जी सत श्री अकाल जी। सत श्री अकाल जी, कित्थों बोल रहे हो सर? अच्छा सरी तो बोलते हैं जी। हाँ जी सर रखो सवाल। मेरी LMI ਲੱਤੀ ਹੋਈ ਸੀ ਜੀ ਫਾਰਮ ਵਰਕਰ ਦੀ ਤੇ ਹੁਣ ਮੈਨੂੰ ਐਕਚੁਅਲ ਰਿਵਾਰਡ ਚ ਸਕਿੱਲ ਵਰਕਰ ਦੀ LMI ਮਿਲ ਗਈ ਸੀ ਜੀ ਤੇ ਉਹਨਾਂ ਨੇ ਡਾਇਰੈਕਟ ਮੇਰਾ ਨਾਮ ਪਾ ਕੇ ਭੇਜਿਆ LMI ਚ ਨਾ ਚੜਨ ਨੂੰ ਜੀ। ਉਹਨਾਂ ਦੀ ਐਡ ਚੱਲ ਰਹੀ ਸੀ ਪਹਿਲਾਂ। ਮੈਂ ਤਾਂ ਪੁੱਛਣਾ ਚਾਹਣਾ ਕਿ ਉਹਨੂੰ ਕਿੰਨਾ ਕੁ ਟਾਈਮ ਪ੍ਰੋਸੈਸ ਕਿੰਨਾ ਕੁ ਟਾਈਮ ਲੱਗਣਾ ਜੀ? ਤੁਸੀਂ ਟੀਵੀ ਸਕਰੀਨ ਦੇ ਉੱਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਜੀ ਸਰ। जी मैं ਇਹਨਾਂ ਦਾ ਕੁਐਸਚਨ ਮੈਂ ਦੁਬਾਰਾ ਰਿਪੀਟ ਕਰਦੀ ਹਾਂ ਸਰ। ਪਹਿਲਾਂ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਅਸੀਂ ਇਹਨਾਂ ਦਾ ਕੁਐਸਚਨ ਰਿਪੀਟ ਕਰਦੇ ਹਾਂ ਤੇ ਇਹਨਾਂ ਦੇ ਸਵਾਲ ਦਾ ਜਿਹੜਾ ਆਨਸਰ ਦਵਾਂਗੇ। ਸੋ ਇੱਕ ਛੋਟੇ ਜਿਹੇ ਇੱਥੇ ਬ੍ਰੇਕ ਲਈ ਰੁਕ ਰਹੇ ਹਾਂ। मुझे फैमिली स्पॉन्सर करना कैसे अच्छे से इमिग्रेशन कंपनी का नंबर बोलो जी। ICC इमिग्रेशन MD या RD ਨੂੰ ਮਿਲੋ, ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡਾ ਕੇਸ ਬਹੁਤ ਜਲਦੀ ਫਾਈਲ ਕਰ ਦੇਣਗੇ। MD या RD? I see। IC नहीं ICC। ओके एड्रेस बोलो। 1137 डेरी रोड ईस्ट मिसिसागा, टेलीफोन 905 461 2424। I see। फिर ICC बोलो। ICC इमिग्रेशन 905 461 2424। हाँ ऐदा बढ़दी गल। आयो ਇਹ ਹੈ ਕੈਨੇਡਾ ਡਰਾਈ ਜਿੰਜਰ ਏਲ। ਇਸ ਨੂੰ ਜਿੰਜਰ ਸੋਡਾ, ਜਿੰਜਰ ਪੌਪ ਜਾਂ ਜਿੰਜਰ ਸੋਡਾ ਪੌਪ ਨਹੀਂ ਕਹਿੰਦੇ। ਇਹ ਹੈ ਜਿੰਜਰ ਏਲ। ਕਿਸੇ ਕੰਮ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਇਹ ਬਿਲਕੁਲ ਸਹੀ ਹੈ।